मैं मूर्ख की केतक बात है, कोट पराधी तरिया रे। गुरु नानक जिन सुनिया पेखिया, से फिर गरबासना परिया रे। परम सत्कारयोग गुरु ਸਰੂਪ गुरु साध संगत जियो, फतेह प्रवान करनी। वाहिगुरु जी का खालसा, वाहिगुरु जी की फतेह। निरंकार धन 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 श्री गुरु ग्रंथ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗਿਆਨ ਦੇ ਸਾਗਰ ਜਿਨ੍ਹਾਂ ਦੇ ਵਿੱਚੋਂ ਆਪਾਂ ਇਹ ਜੀਵਨ ਨੂੰ ਉਸ ਅਕਾਲ ਪੁਰਖ ਨਾਲ ਮਿਲਾਉਣ ਵਾਸਤੇ ਸੱਚੇ ਮਾਰਗ ਦੀ ਢੋਂਡ ਦੇ ਵਿੱਚ, ਸੱਚੇ ਮਾਰਗ ਦੀ ਭਾਲ ਦੇ ਵਿੱਚ ਆਪਾਂ ਦਿਨ ਰਾਤ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਾਂ। ਮਿਹਰਬਾਨ ਦਿਆਲੂ ਕਿਰਪਾਲੂ ਕਿਰਪਾ ਕਰਦੇ ਨੇ, ਅਸੀਂ ਉਹ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਉਦੋਂ ਗਿਆਨ ਦੇ ਉੱਤੇ ਚੱਲ ਕੇ ਇਸ ਸੰਸਾਰ ਦੇ ਉੱਤੇ ਸੁਖ ਆਨੰਦ ਦੇ ਵਿੱਚ ਜੀਣ ਦੀਆਂ ਅਰਦਾਸਾਂ ਕਰਦੇ ਹਾਂ ਸਤਿਗੁਰ ਦੇ ਚਰਨਾਂ ਦੇ ਵਿੱਚ, ਜੋ ਹਰ ਰੋਜ਼ ਆਪ ਜੀ ਦੇ ਨਾਲ ਨਿਰੰਕਾਰ ਦੀ ਕਿਰਪਾ ਦੇ ਨਾਲ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਅਖਰੀ ਅਰਥ ਇਸ ਗੁਰਬਾਣੀ ਦੇ ਆਪ ਕਰਵਾ ਰਹੇ ਨੇ। ਇਹ ਤਾਂ ਉਹਦੀ ਨਿਰੰਕਾਰ ਦੀ ਲੀਲਾ ਹੈ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜਿਉਂ ਬੁਲਾਵੇ ਤੇ ਨਾਨਕ ਦਾਸ ਬੋਲੇ। ਇਹ ਬਚਨ ਕਹਿਣ ਨੂੰ ਨਹੀਂ ਹਨ, ਇਹਨਾਂ ਨੂੰ ਪ੍ਰਤੱਖ ਲਾਗੂ ਕਰਨਾ ਪੈਂਦਾ ਭਾਈ, ਪ੍ਰਤੱਖ ਲਾਗੂ ਕਰਨਾ ਪੈਂਦਾ, ਆਪਣੇ ਆਪ ਨੂੰ ਖਤਮ ਕਰਨਾ ਪੈਂਦਾ। ਜੋ ਅੱਜ ਦੀ ਸੇਵਾ ਆਪ ਜੀ ਦੀ ਕਰਨ ਲੱਗੇ ਹਾਂ, ਗੁਰੂ ਕਿਰਪਾ ਕਰੇ, ਆਪ ਨੇ ਕਿਰਪਾ ਕਰਕੇ ਪ੍ਰਵਾਨ ਕਰ ਲੈਣੀ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ, ਇੱਥੇ ਬਹੁਤ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਪ ਜੀ ਨੂੰ ਪ੍ਰਾਪਤ ਹੋਵੇਗਾ, ਜਿਹੜਾ ਕਿ ਗੁਰਮੁਖ ਤੇ ਮਨਮੁਖ ਦਾ ਹੈ। ਪਰ ਸ੍ਰੀ ਰਾਗ ਦੇ ਵਿੱਚ ਸਭ ਤੋਂ ਜ਼ਿਆਦਾ ਗਿਆਨ ਹੈ ਆਤਮਾ ਨੂੰ, ਜਿਸ ਨੂੰ ਸੁਹਾਗਣ ਆਖਿਆ, ਤੇ ਜਿਹੜੀ ਆਤਮਾ ਨਿਰੰਕਾਰ ਦੇ ਰਾਹ ਤੋਂ ਵਿਛੜ ਚੁੱਕੀ ਹੈ ਉਹਨੂੰ ਦੁਹਾਗਣ ਆਖਿਆ ਹੈ। ਔਰ ਇੱਥੇ ਫਿਰ ਇਸ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਵਾਸਤੇ ਹੀ ਨਿਰੰਕਾਰ ਸਾਨੂੰ ਗਿਆਨ ਦੇ ਰਹੇ ਨੇ। ਕਰੋ ਕਿਰਪਾ। ਸ੍ਰੀ ਰਾਗ ਮਹਲਾ ਪਹਿਲਾ। ਮਰਨ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤਪਾਲਹੀ, ਲੇਖੈ ਸਾਸ ਗਿਰਾਸ। ਅੰਤਰ ਗੁਰਮੁਖ ਤੂੰ ਵਸੈ, ਜੋ ਭਾਵੈ ਤਿਉ ਨਿਰਜਾਸ। ਨਿਰੰਕਾਰ ਰਹਿਮਤ ਕਰਦੇ ਨੇ ਵੀ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਸਤਿਗੁਰ ਦੇ ਸੱਚੇ ਮਾਰਗ ਨੂੰ ਢੂੰਡ ਲਿਆ ਔਰ ਉਸ ਸੱਚੇ ਮਾਰਗ ਦੇ ਉੱਤੇ ਤੁਰਨ ਲੱਗ ਪਏ ਨੇ ਨਿਰੰਕਾਰ ਦੇ ਦਰ ਘਰ ਵੱਲ ਨੂੰ। ਜਿਨ੍ਹਾਂ ਨੂੰ ਇਦੋਂ ਸੰਸਾਰ ਤੇ ਰਹਿੰਦਿਆਂ ਹੋਇਆਂ ਨੂੰ ਇਹ ਗਿਆਨ ਹੋ ਗਿਆ ਕਿ ਅਸੀਂ ਵੱਡਾ ਦੁੱਖ ਜੋ ਜਨਮ ਤੇ ਮਰਨ ਦਾ ਹੈ ਉਸ ਨੂੰ ਕਿਸ ਤਰ੍ਹਾਂ ਖਤਮ ਕਰਨਾ, ਨਿਰੰਕਾਰ ਉਹਨਾਂ ਦੀ ਗੱਲ ਕਰਦੇ ਨੇ। ਇੱਥੇ ਪਹਿਲਾਂ ਕਹਿੰਦੇ ਨੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਨਾ ਤਾਂ ਮਰਨ ਦਾ ਫਿਕਰ ਹੈ ਤੇ ਨਾ ਹੀ ਜੀਵਨ ਦੀ ਬਹੁਤ ਉਹ ਆਸ ਹੀ ਰੱਖਦੇ ਨੇ ਵੀ ਸਾਡਾ ਜੀਵਨ ਬਹੁਤ ਲੰਬਾ ਹੋਵੇ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਹੀ ਚੱਲਦੇ ਨੇ, ਉਹਦੇ ਭਾਣੇ ਦੇ ਵਿੱਚ ਚੱਲਦੇ ਨੇ, ਕਿਉਂਕਿ ਉਹਨਾਂ ਨੂੰ ਇਹ ਚੀਜ਼ ਦਾ ਵਿਸ਼ਵਾਸ ਵੱਧ ਜਾਂਦਾ, ਯਕੀਨ ਹੋ ਜਾਂਦਾ ਕਿ ਨਿਰੰਕਾਰ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਉਹ ਨਾ ਵਧਾਈ ਜਾ ਸਕਦੀ ਹੈ ਤੇ ਨਾ ਹੀ ਘਟਾਈ ਜਾ ਸਕਦੀ ਹੈ। ਤੇ ਜਦੋਂ ਕਈ ਵਾਰ ਕੀ ਹੁੰਦੇ ਨੇ, ਸਿਆਣੇ ਜਿਹੜੇ ਜੀਵ ਨੇ, ਜਿਨ੍ਹਾਂ ਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ, ਉਹ ਫਿਰ ਦੂਸਰਿਆਂ ਨੂੰ ਗਿਆਨ ਦੇਣ ਵਾਸਤੇ ਕੋਈ ਨਾ ਕੋਈ ਹੀਲਾ ਵਸੀਲਾ ਕਰਦੇ ਨੇ। ਇੱਕ ਛੋਟੀ ਜਿਹੀ ਬੈਠਾ ਮੈਨੂੰ ਸਾਖੀ ਚੇਤੇ ਆ ਗਈ। ਕਹਿੰਦੇ ਵੀ ਇੱਕ ਬਾਪੂ ਸੰਸਾਰ ਯਾਤਰਾ ਜਦੋਂ ਖਤਮ ਕਰ ਰਿਹਾ ਸੀ, ਪਰ ਇਦੋਂ ਸੰਸਾਰ ਦੇ ਉੱਤੇ ਸਿਆਣਾ ਬੜਾ ਸੀ, ਬੜਾ ਉਸਨੇ ਕਾਰੋਬਾਰ
ਔਰ ਬੜਾ ਧਨ ਦੌਲਤ ਵੀ ਕਮਾਇਆ, ਤੇ ਪਰ ਉਸ ਨੇ ਸੇਵਾ ਭਾਵਨਾ ਵੀ ਬੜੀ ਮਨ ਦੇ ਵਿੱਚ ਰੱਖੀ। ਜਿਸ ਵੇਲੇ ਸਾਰਿਆਂ ਨੂੰ ਪਤਾ ਲੱਗਾ ਵੀ ਬਾਪੂ ਇਸ ਸੰਸਾਰ ਤੋਂ ਜਾਣ ਲੱਗਾ ਹੈ, ਤੇ ਉੱਥੇ ਸਾਕ ਸੰਬੰਧੀ ਪਰਿਵਾਰ, ਹੋਰ ਰਿਸ਼ਤੇਦਾਰ ਸਾਰੇ ਇਕੱਠੇ ਹੋ ਕੇ ਬਜ਼ੁਰਗ ਦੇ ਕੋਲ ਆਏ, ਬਾਪੂ ਦੇ ਕੋਲ ਆਖਣ ਲੱਗੇ, ਤੁਸੀਂ ਜੀਵਨ ਦੀ ਬਾਜੀ ਜਿੱਤਣ ਵਾਸਤੇ ਬੜੇ ਉਪਰਾਲੇ ਕੀਤੇ, ਮਾਇਆ ਦਾ ਗੁਜਰਾਨ ਵੀ ਆਪ ਜੀ ਦੇ ਕੋਲ ਬਹੁਤ ਸੀ, ਪਰ ਸਾਨੂੰ ਇਹ ਦੱਸੋ ਵੀ ਅਸੀਂ ਕਿਹੜਾ ਕੰਮ ਕਰੀਏ ਜਿਹਦੇ ਨਾਲ ਅਸੀਂ ਵੀ ਕੁਝ ਨਾ ਕੁਝ ਹਾਸਲ ਕਰਕੇ ਜਾਈਏ ਸੰਸਾਰ ਤੋਂ। ਤੇ ਬਜ਼ੁਰਗ ਨੇ ਜਿਸ ਵੇਲੇ ਇਹ ਗੱਲ ਸੁਣੀ, ਹੁਣ ਦੇਖਿਆ ਵੀ ਹੁਣ ਇਹਨਾਂ ਨੂੰ ਗਿਆਨ ਦਿੱਤਾ ਜਾ ਸਕਦਾ ਵੀ ਆ ਜੋ ਕੁਝ ਵੀ ਮੈਂ ਸੰਸਾਰ ਦੇ ਉੱਤੇ ਕੀਤਾ ਇਹ ਸਭ ਵਿਅਰਥ ਹੈ, ਇਹ ਮੇਰਾ ਕਿਸੇ ਨੇ ਵੀ ਸੰਜੋਗੀ ਨਹੀਂ ਬਣਨਾ, ਇਹ ਇੱਥੇ ਹੀ ਰਹਿ ਜਾਣਾ। ਪਰ ਜੇ ਇਹਨਾਂ ਨੂੰ ਕਿਤੇ ਮੈਂ ਅਕਾਲ ਪੁਰਖ ਦੇ ਬਖਸ਼ੇ ਹੋਏ ਸਵਾਸਾਂ ਦੀ ਕਦਰ ਸਿਖਾ ਦੇਵਾਂ ਤੇ ਹੋ ਸਕਦਾ ਕਿ ਦਰਗਾਹ ਦੇ ਵਿੱਚ ਮੇਰਾ ਵੀ ਪਰਲੋਕ ਦੇ ਵਿੱਚ ਭਲਾ ਹੋ ਜਾਵੇ। ਤੇ ਆਖਣ ਲੱਗਾ, ਭਾਈ ਤੁਸੀਂ ਮੇਰੇ ਤੋਂ ਗਿਆਨ ਲੈਣ ਆਏ ਹੋ? ਸਾਰੇ ਆਖਣ ਲੱਗੇ, ਹਾਂ ਬਾਪੂ ਜੀ ਅਸੀਂ ਤੁਹਾਡੇ ਕੋਲੋਂ ਗਿਆਨ ਲੈਣ ਆਏ ਹਾਂ, ਐਸਾ ਗਿਆਨ ਸਾਨੂੰ ਦੇਵੋ ਜਿਹਦੇ ਨਾਲ ਅਸੀਂ ਵੀ ਇੱਥੋਂ ਕੁਝ ਨਾ ਕੁਝ ਖੱਟ ਕੇ ਜਾਈਏ। ਤੇ ਬਾਪੂ ਜੀ ਆਖਣ ਲੱਗੇ, ਕਹਿੰਦੇ ਮੇਰਾ ਇੱਕ ਕੰਮ ਕਰੋ ਭਾਈ। ਪਹਿਲਾਂ ਉਹ ਆਖਣ ਲੱਗੇ, ਕਿਹੜਾ ਬਾਪੂ ਜੀ? ਕਹਿੰਦੇ ਉਹ ਦੇਖੋ ਥੋੜੀ ਜਿਹੀ ਮਾਇਆ ਪਈ ਹੈ ਉੱਥੇ ਕੁੱਜੇ ਦੇ ਵਿੱਚ, ਇਹ ਮਾਇਆ ਤੁਸੀਂ ਚੱਕ ਕੇ ਜਾਓ ਵੱਡੇ ਤੋਂ ਵੱਡੇ ਵੈਦ ਦੇ ਕੋਲ, ਵੱਡੇ ਤੋਂ ਵੱਡੇ ਜੰਤਰ ਮੰਤਰ ਤੰਤਰ ਦੇ ਆਲੇ ਦੇ ਕੋਲ, ਉਹਨਾਂ ਨੂੰ ਕਹੋ ਵੀ ਆਹ ਸਾਰੀ ਮਾਇਆ ਜਿਹੜੀ ਹੈ ਇਹਦੇ ਵਿੱਚ ਹੀਰੇ ਵੀ ਨੇ, ਇਹਦੇ ਵਿੱਚ ਜਵਾਹਰਾਤ ਵੀ ਨੇ, ਇਹ ਸਾਰੇ ਤੁਸੀਂ ਲੈ ਲਓ ਤੇ ਕੁਝ ਸਵਾਸ ਕੁਝ ਸਮਾਂ ਸਾਡੇ ਬਾਪੂ ਨੂੰ ਬਖਸ਼ ਦੇਵੋ, ਅਸੀਂ ਉਸ ਦੇ ਕੋਲੋਂ ਗਿਆਨ ਲੈਣਾ ਚਾਹੁੰਦੇ ਹਾਂ, ਉਹ ਕੁਝ ਸਵਾਸ ਮੇਰੇ ਵਧਾ ਕੇ ਲੈ ਕੇ ਆਓ। ਪਰ ਇਹਨਾਂ ਨੂੰ ਪਤਾ ਨਹੀਂ ਸੀ ਵੀ ਬਾਪੂ ਕਿਹੜੀ ਖੇਡ ਖੇਡਣ ਲੱਗਾ। ਇਹਨਾਂ ਨੇ ਮਾਇਆ ਚੱਕੀ, ਕੁਝ ਸਮਾਂ ਇਹਨਾਂ ਨੇ ਭਟਕਦਿਆਂ ਨੇ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਆਖਣ ਲੱਗੇ ਬਾਪੂ ਨੂੰ ਵੀ ਆਹ ਤੁਹਾਡੀ ਮਾਇਆ, ਆ ਜੋ ਤੁਹਾਡੇ ਹੀਰੇ ਮੋਤੀ ਜਵਾਹਰ ਸੀ ਇਸ ਕੁੱਜੇ ਦੇ ਵਿੱਚ ਪਾਏ ਹੋਏ, ਇਹ ਸਾਰੇ ਪਏ ਨੇ, ਪਰ ਜਿੱਥੇ ਵੀ ਗਏ ਸਾਰਿਆਂ ਨੂੰ ਸਾਨੂੰ ਪਾਗਲ ਹੀ ਆਖਿਆ ਹੈ, ਸਾਰਿਆਂ ਨੇ ਸਾਨੂੰ ਧੱਕੇ ਮਾਰ ਕੇ ਉਹ ਅਸਥਾਨਾਂ ਤੋਂ ਦੂਰ ਕੀਤਾ, ਤੇ ਕੋਈ ਵੈਦ ਕੋਈ ਜੰਤਰ ਮੰਤਰ ਤੰਤਰ ਵਾਲਾ ਸਾਨੂੰ ਨਹੀਂ ਮਿਲਿਆ ਜਿਹੜਾ ਕਹੇ ਕਿ ਮੈਂ ਮਾਇਆ ਲੈ ਕੇ ਸਵਾਸ ਵਧਾ ਸਕਦਾ। ਤੇ ਬਾਪੂ ਨੇ ਫਿਰ ਉਹਨਾਂ ਨੂੰ ਇਹੀ ਗਿਆਨ ਦਿੱਤਾ ਵੀ ਜੇ ਸਵਾਸ ਗਿਣਤੀ ਮਿਣਤੀ ਦੇ ਉੱਤੇ ਲਿਖਾ ਕੇ ਆਏ ਹਾਂ, ਉਹ ਚੀਜ਼ਾਂ ਦਾ ਉਹਨਾਂ ਦੇ ਨਾਲ ਮੋਹ ਨਾ ਕਰੋ, ਉਹਨਾਂ ਦੇ ਨਾਲ ਪਿਆਰ ਨਾ ਪਾਓ, ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਵਸਤੂਆਂ ਨੇ ਤੁਹਾਡੇ ਨਾਲ ਸਾਥ ਜਾਣਾ ਹੀ ਨਹੀਂ, ਇੱਥੋਂ ਕਿਤੇ ਵੀ ਇੱਥੋਂ ਤੁਹਾਡਾ ਸਾਥ ਦੇ ਦੇਣ, ਜਿਹੜੀਆਂ ਇੱਥੇ ਮਿੱਟੀ ਬਣ ਕੇ ਰਹਿ ਜਾਣੀਆਂ, ਇੱਥੇ ਤੁਹਾਨੂੰ ਉਹਨਾਂ ਨੇ ਵਿਛਾਉਣਾ ਦੇ ਦੇਣਾ। ਸੋ ਇਸ ਕਾਰਨ ਕਰਕੇ ਇਹ ਚਿੰਤਾ ਛੱਡ ਦੇਵੋ ਕਿ ਅਸੀਂ ਕੁਝ ਨਾ ਕੁਝ ਖੱਟ ਕੇ ਜਾਈਏ, ਚਿੰਤਾ ਇਹ ਕਰੋ ਕਿ ਸਾਡਾ ਨਿਰੰਕਾਰ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋ ਜਾਵੇ। ਤੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਤਾਂ ਇਦੂ ਚੀਜ਼ ਨੂੰ ਕਹਿੰਦੇ ਨੇ ਵੀ ਜਿਸ ਮਰਨ ਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮੌਤ ਹਰ ਇੱਕ ਅਵਸ਼ ਹਰ ਇੱਕ ਚੀਜ਼ ਨੂੰ ਹੋਣੀ ਹੈ, ਪਰ ਉਹ ਕਹਿੰਦੇ ਨੇ ਵੀ ਸਾਨੂੰ ਮੌਤ ਤੋਂ ਬਿਲਕੁਲ ਡਰ ਨਹੀਂ ਲੱਗਦਾ, ਸਾਡੇ ਅੰਦਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਵਸ ਗਿਆ ਹੈ। ਇੱਥੇ ਵੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਗੁਰਮੁਖਾਂ ਦੀ ਇਹ ਸਾਨੂੰ ਦਾਸਤਾਨ ਸੁਣਾ ਰਹੇ ਨੇ, ਉਹਨਾਂ ਬਾਰੇ ਸਾਨੂੰ ਗਿਆਨ ਦਿੰਦੇ ਨੇ, ਜਿਹੜੇ ਆਪਾਂ ਬਣਨਾ ਇਹਦੇ ਵਿੱਚੋਂ ਗਿਆਨ ਲੈ ਕੇ ਨਿਰੰਕਾਰ ਦੀ ਬੰਦਗੀ ਕਰ ਕਰਕੇ ਨਿਰੰਕਾਰ ਦੀ ਸੇਵਾ ਕਰ ਕਰਕੇ ਆਪਾਂ ਬਣਨਾ, ਆਪਾਂ ਗੁਰਮੁਖ ਵਾਲਾ ਜੀਵਨ ਇੱਥੋਂ ਜੇ ਆਪਾਂ ਲੈ ਕੇ ਜਾਵਾਂਗੇ ਫਿਰ ਇਹ ਵੱਡਾ ਦੁੱਖ ਸਾਡਾ ਖਤਮ ਹੋ ਜਾਊ। ਜਿਹਦੇ ਬਾਰੇ ਮਹਾਰਾਜ ਕਹਿੰਦੇ ਕਿ ਉਹ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਮਰਨ ਦੀ ਚਿੰਤਾ ਨਹੀਂ, ਉਹਦੇ ਬਾਰੇ ਫਿਕਰ ਨਹੀਂ, ਡਰਦੇ ਨਹੀਂ ਉਹਦੇ ਕੋਲੋਂ, ਤੇ ਜੀਵਨ ਦੀ ਉਹਨਾਂ ਨੇ ਮਨ ਦੇ ਵਿੱਚ ਕੋਈ ਆਸ ਨਹੀਂ ਰੱਖੀ ਹੋਈ। ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ। ਇਹਨਾਂ ਗੁਰਮੁਖਾਂ ਨੂੰ ਯਕੀਨ ਹੁੰਦਾ ਹੈ, ਉਹ ਭਰੋਸਾ ਕਰਕੇ ਬੈਠੇ ਨੇ, ਪੂਰਾ ਵਿਸ਼ਵਾਸ ਨਿਰੰਕਾਰ ਦੇ ਉੱਤੇ, ਤੇ ਉਹਨਾਂ ਨੂੰ ਨਿਰੰਕਾਰ ਮੋਰੇ ਅਰਦਾਸ ਕਰਦੇ ਨੇ, ਤੁਸੀਂ ਹੀ ਹੋ ਜਿਹੜੇ ਸਾਰੇ ਜੀਵਾਂ ਦੀ ਪ੍ਰਤਪਾਲਨਾ ਕਰਦੇ ਹੋ। ਆਪ ਜੀ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ,
ਹੁਣ ਤੁਸੀਂ ਨਿਗਾਹ ਮਾਰ ਕੇ ਦੇਖ ਲਿਓ, ਗਰੀਬ ਤੋਂ ਗਰੀਬ ਮੰਗਤਾ ਵੀ ਜਿਹੜਾ ਉਹ ਵੀ ਭੁੱਖਾ ਨਹੀਂ ਸੌਂਦਾ। ਇਹ ਉਹਦੀ ਰਜ਼ਾ ਹੈ। ਉਹ ਵੀ ਜਿਹੜਾ ਮੰਗਤਾ ਵੀ ਹੈ ਜਾਂ ਜਿਹੜਾ ਗਰੀਬ ਆ ਉਹਦਾ ਕੋਈ ਨਾ ਕੋਈ ਹੀਲਾ ਵਸੀਲਾ ਨਿਰੰਕਾਰ ਕਰ ਹੀ ਦਿੰਦੇ ਨੇ। ਕੋਈ ਉਹਦੇ ਕੋਲ ਚਲੇ ਹੀ ਜਾਂਦਾ ਵੀ ਉਸ ਨੇ ਮੰਗਤੇ ਨੂੰ ਵੀ ਕੁਝ ਨਾ ਕੁਝ ਦੇ ਕੇ ਉਸ ਦਾ ਵੀ ਢਿੱਡ ਪੂਰਤੀ ਵਾਲਾ ਕੰਮ ਜਿਹੜਾ ਹੋ ਜਾਂਦਾ ਉਹ ਵੀ ਨਿਰੰਕਾਰ ਦੇ ਹੱਥ ਦਿੰਦੇ ਨੇ। ਤਾਂ ਕਹਿੰਦੇ ਵੀ ਆਹ ਜਿਹੜੇ ਸਵਾਸ ਨੇ ਇਹ ਨਿਰੰਕਾਰ ਲੇਖੇ ਦੇ ਨੇ, ਲੇਖੇ ਦੇ ਸਾਸ ਨੇ ਆਉਣੇ ਨੇ ਤੇ ਸਾਸ ਸਾਡੇ ਅੰਦਰ ਨਿਕਲਣੇ ਨੇ। ਇਹ ਤੇਰੇ ਹੁਕਮ ਦੇ ਵਿੱਚ ਹੀ ਸਭ ਕੁਝ ਹੈ। ਅੰਤਰ ਗੁਰਮੁਖ ਤੂੰ ਵਸੈ, ਜੋ ਪਾਵੈ ਤਿਉ ਨਿਰਜਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੁਸੀਂ ਹਰ ਗੁਰਮੁਖ ਜਿਹੜਾ ਬਣ ਗਿਆ ਜਾਂ ਹਰ ਜਿਹੜੇ ਜੀਵ ਹੈ ਜਾਂ 84 ਲੱਖ ਜੂਨ ਹੈ ਜਾਂ ਤਿੰਨੇ ਭਵਨ ਨੇ, ਸਾਰਿਆਂ ਦੇ ਵਿੱਚ ਨਿਰੰਕਾਰ ਜੀ ਆਪ ਜੀ ਬਸੇ ਹੋ। ਆਪ ਸਰਵ ਵਿਆਪਕ ਹੋਵੇ। ਪਰ ਜਿੱਦਾਂ ਆਪ ਜੀ ਨੂੰ ਪਾਉਂਦਾ ਹੈ, ਜਿੱਦਾਂ ਆਪ ਜੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਨਿਰਜਾਸ ਦਾ ਮਤਲਬ ਹੁੰਦਾ ਸੇਵ, ਉਹਨਾਂ ਦੀ ਸੰਭਾਲ ਕਰਨੀ। ਉਸੇ ਤਰ੍ਹਾਂ ਆਪ ਇਹਨਾਂ ਸਾਰਿਆਂ ਦੀ ਸੰਭਾਲ ਕਰ ਰਹੇ ਹੋ। ਜੀਅਰੇ ਰਾਮ ਜਪਤ ਮਨ ਮਾਨ। ਤੇ ਜੀਵ ਨੂੰ ਆਪਣੇ ਮਨ ਨੂੰ ਇਹਦੂ ਚੀਜ਼ ਦਾ ਨਿਰਣਾ, ਇਸ ਚੀਜ਼ ਦਾ ਯਕੀਨ ਕਰਨਾ ਚਾਹੀਦਾ ਕਿ ਉਹ ਆਪਣੇ ਮਨ ਨੂੰ ਕਹੇ ਕਿ ਤੂੰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਨੂੰ, ਉਸ ਦੇ ਨਾਮ ਨੂੰ ਆਰਾਧ ਕਰ ਕਰਕੇ ਉਹਦੇ ਨਾਮ ਦੇ ਰੰਗ ਦੇ ਵਿੱਚ ਹੀ ਰੰਗਿਆ ਜਾ। ਤੇ ਜਾਂ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਅਸੀਂ ਆਪਣੀ ਜਿੰਦ ਨੂੰ ਇਹ ਸਿਖਾਈਏ, ਇਹ ਜਿੰਦ ਨੂੰ ਇਸ ਚੀਜ਼ ਦਾ ਗਿਆਨ ਦਈਏ ਭਈ ਇਹ ਜਿੰਦੇ ਤੂੰ ਅਕਾਲ ਪੁਰਖ ਨਿਰੰਕਾਰ ਵੱਲੋਂ ਜੋ ਬਖਸ਼ਿਸ਼ ਕੀਤਾ ਹੋਇਆ ਸ਼ਬਦ ਹੈ, ਉਹ ਸ਼ਬਦ ਨੂੰ ਇੰਨਾ ਜਪ ਕਿ ਤੇਰਾ ਮਨ ਜਿਹੜਾ ਹੈ ਉਹਦੇ ਵਿੱਚ ਰੰਗਿਆ ਜਾਵੇ, ਉਹ ਸਿਮਰਨ ਦੇ ਵਿੱਚ ਗਿੱਝ ਜਾਵੇ। ਅੰਤਰ ਲਾਗੀ ਜਲ 부ਜੀ, ਪਾਇਆ ਗੁਰਮੁਖ ਗਿਆਨ। ਕਹਿੰਦੇ ਜਿਹੜੇ ਅੰਤਰ ਆਸਾ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਜਿਹੜੀ ਤੇਰਾ ਐਸਾ ਹਾਲਾਤ ਬਣ ਚੁੱਕਿਆ ਹੈ ਕਿ ਜਿਹੜੀ ਆਸਾ ਤੇ ਤ੍ਰਿਸ਼ਨਾ ਦੀ ਅੱਗ ਤੈਨੂੰ ਬਿਲਕੁਲ ਸੁੱਖ ਨਹੀਂ ਪ੍ਰਾਪਤ ਕਰਨ ਦਿੰਦੀ। ਤੇ ਉਹ ਆਸਾ ਤ੍ਰਿਸ਼ਨਾ ਦੀ ਅੱਗ ਉਹਨਾਂ ਨੇ ਬੁਝਾ ਲਈ ਜਿਨ੍ਹਾਂ ਨੇ ਗੁਰੂ ਦੇ ਕੋਲੋਂ ਗਿਆਨ ਲੈ ਕੇ ਉਹ ਗਿਆਨ ਦੇ ਨਾਲ ਅੰਦਰੋਂ ਨਾਮ ਨੂੰ ਪ੍ਰਗਟ ਕਰਕੇ ਨਾਮ ਦਾ ਅੰਮ੍ਰਿਤ ਦੇ ਜਲ ਦਾ ਛਿੱਟਾ ਉੱਤੇ ਦਿੱਤਾ ਤੇ ਇਹ ਜਿਹੜੀ ਅੱਗ ਸੀ ਉਸ ਭਿਆਨਕ ਅੱਗ ਨੂੰ ਠੰਡੀ ਕਰ ਦਿੱਤਾ। ਰਹਾਉ ਅੰਤਰ ਕੀ ਗਤ ਜਾਣੀਐ, ਗੁਰ ਮਿਲਿਆ ਸੰਕ ਉਤਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਇਹ ਸੰਸਾਰੀ ਜੀਵੋ ਇੱਕ ਖਿਆਲ ਰੱਖਿਓ, ਜੇ ਅੰਦਰ ਦੀ ਅੱਗ ਨੂੰ ਬੁਝਾਉਣਾ, ਅੰਦਰੋਂ ਹੀ ਪ੍ਰਮਾਤਮਾ ਨਿਰੰਕਾਰ ਦਾ ਨਾਮ ਪ੍ਰਗਟ ਕਰਨਾ ਪਏ, ਕਹਿੰਦੇ ਸ਼ੰਕਾ ਪਹਿਲਾਂ ਖਤਮ ਕਰ ਦੇਵੋ। ਜਿਹੜੀ ਅੰਦਰ ਦੀ ਗਤ ਤਾਂ ਹੀ ਤੁਹਾਨੂੰ ਅੰਤਰ ਦੀ ਆਨੰਦ ਤਾਂ ਹੀ ਮਿਲੇਗਾ ਜਦੋਂ ਤੁਸੀਂ ਦੋ ਚਿੱਤੀ ਵਾਲਾ ਜੀਵਨ ਛੱਡ ਦਿੱਤਾ। ਇਹ ਸ਼ੰਕਾ ਉਤਾਰ ਦਿਓ, ਮਿਲੂਗਾ ਜਾਂ ਨਹੀਂ ਮਿਲੂਗਾ, ਇਹ ਸਾਡਾ ਕੰਮ ਬਣੂਗਾ ਜਾਂ ਨਹੀਂ। ਕਹਿੰਦੇ ਇਹ ਸ਼ੰਕਾ ਸਾਰੀਆਂ ਛੱਡ ਕੇ ਫਿਰ ਉਹ ਨਿਰੰਕਾਰ ਦੀ ਬੰਦਗੀ ਕਰ, ਤਾਂ ਹੀ ਜਾ ਕੇ ਤੇਰੇ ਅੰਦਰ ਨਿਰੰਕਾਰ ਇਹ ਜਿਹੜੀ ਅੱਗ ਚੱਲ ਰਹੀ ਉਹ ਨਾਮ ਦਾ ਛਿੱਟਾ ਦੇ ਕੇ ਉਸ ਅੱਗ ਨੂੰ ਬੁਝਾ ਦੇਵਣਗੇ। ਮੋਇਆ ਜਿਤ ਕਰ ਜਾਈਐ, ਤਿਤ ਜੀਵਨ ਦੇ ਅਮਰ ਮਾਰ। ਕਿੱਡੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕਹਿੰਦੇ ਉਹ ਸੰਸਾਰੀ ਜੀਵ ਜਿੱਥੇ ਤੈਂ ਮਰ ਕੇ ਜਾਣਾ, ਜਿੱਥੇ ਤੈਂ ਮਰ ਕੇ ਜਾਣਾ ਪਰਲੋਕ ਦੇ ਵਿੱਚ ਜਮਰਾਜ ਦੇ ਕੋਲ ਜਿੱਥੇ ਤੂੰ ਜਾਣਾ ਹੈ, ਉਸ ਭਿਆਨਕ ਜਮਰਾਜ ਨੂੰ ਜੀਂਦੇ ਜੀ ਹੀ ਮਾਰ ਦੇ। ਤੂੰ ਇਸ ਤਰ੍ਹਾਂ ਦਾ ਸੁਚੇਤ ਹੋ, ਇਹਨਾਂ ਆਪਣੇ ਉੱਤੇ ਭਰੋਸਾ ਰੱਖ, ਨਿਰੰਕਾਰ ਤੇ ਭਰੋਸਾ ਰੱਖ। ਉਹ ਨਾਮ ਜਪ ਕੇ ਨਾਮ ਦੇ ਰੰਗ ਦੇ ਵਿੱਚ ਸਮਾ ਜਾ। ਨਾਮ ਦੇ ਰੰਗ ਦੇ ਵਿੱਚ ਚਲੇ ਜਾਏਗਾ ਤਾਂ ਜਮ ਤੇਰੇ ਲਾਗੇ ਨਿਰੰਕਾਰ ਨਹੀਂ ਆਉਣ ਦੇਣਗੇ। ਕਹਿੰਦੇ ਜੀਂਦੇ ਜੀ ਉਹ ਜਮਾਂ ਦੇ ਦੁੱਖ ਨੂੰ ਮਾਰ ਦੇ। ਪਰ ਜਿਹੜੇ ਘਰ ਦੇ ਵਿੱਚ ਤੈਂ ਮਰ ਕੇ ਬਾਅਦ ਜਾਣਾ, ਜਿੱਥੇ ਤੈਨੂੰ ਜਮਾਂ ਦੇ ਮੋੜੇ, ਉਹ ਜਮ ਨੂੰ ਇੱਥੇ ਹੀ ਖਤਮ ਕਰ ਦੇ। ਤੇਰੇ ਕੋਲ ਹੁਣ ਸਮਾਂ ਹੈ। ਅਨਹਦ ਸ਼ਬਦ ਸੁਹਾਵਣੇ, ਪਾਈਐ ਗੁਰ ਵਿਚਾਰ। ਅਨਹਦ ਜਿਹੜਾ ਹੈ, ਇਹ ਵੈਸੇ ਇਹਦੇ ਆਪਾਂ ਜੇ ਸ਼ਬਦੀ ਛੇਦ ਕਰੀਏ ਦੋ ਬਣਾਈਏ। ਅਨਹਦ, ਹੱਦ ਕਹਿੰਦੇ ਨੇ ਜਿਹਦੀ ਕਿਸੇ ਦੀ ਸੀਮਾ ਹੋਵੇ, ਪਰ ਜਿਹੜੀ ਸੀਮਾ ਤੋਂ ਬਗੈਰ ਚੀਜ਼ ਹੋਵੇ ਉਹਨੂੰ ਆਪਾਂ ਕਹਾਂਗੇ ਅਨਹਦ। ਜਿਹੜਾ ਆਰ ਤੇ ਪਾਰ ਦਾ ਆਪਾਂ ਨੂੰ ਬਿਲਕੁਲ ਨਾ ਗਿਆਨ ਹੋਵੇ।
ਹੁਣ ਜਿਹੜਾ ਸ਼ਬਦ ਗੁਰਮੁਖ ਉਹ ਅੰਦਰੋਂ ਪ੍ਰਗਟ ਹੁੰਦਾ ਨਾ, ਉਹ ਦਿਨ ਰਾਤ ਹਰ ਵੇਲੇ ਚੱਲਦਾ ਰਹਿੰਦਾ, ਹਰ ਵੇਲੇ ਚੱਲਦਾ ਰਹਿੰਦਾ। ਤੁਸੀਂ ਗੱਲਾਂ ਵੀ ਕਰਦੇ ਹੋਵੋਗੇ, ਤੁਸੀਂ ਭੋਜਨ ਵੀ ਛਕ ਰਹੇ ਹੋਵੋਗੇ, ਜਾਂ ਤੁਸੀਂ ਕੋਈ ਹੋਰ ਤੁਰ ਫਿਰ ਰਹੇ ਹੋਗੇ, ਪਰ ਉਹ ਸ਼ਬਦ ਜਿਹੜਾ ਨਾ ਚੱਲਦਾ ਹੀ ਰਹਿੰਦਾ, ਚੱਲਦਾ ਹੀ ਰਹਿੰਦਾ। ਤੇ ਉਹ ਜਿਹੜਾ ਸ਼ਬਦ ਹੈ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਗਿਆਨ ਤੋਂ ਬਗੈਰ ਇਹ ਪ੍ਰਗਟ ਨਹੀਂ ਹੁੰਦਾ, ਨਿਰੰਕਾਰ ਦੀ ਮਰਿਆਦਾ ਤੋਂ ਬਗੈਰ ਪ੍ਰਗਟ ਨਹੀਂ ਹੁੰਦਾ, ਤੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਮੰਤਰ ਤੋਂ ਬਗੈਰ ਵੀ ਉਹ ਪ੍ਰਗਟ ਨਹੀਂ ਹੁੰਦੇ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ ਘਰ ਸੁਖ ਵਸਿਆ, ਬਾਹਰ ਸੁਖ ਪਾਇਆ ਕਹੁ ਨਾਨਕ, ਗੁਰਮੰਤਰ ਦ੍ਰਿੜਾਇਆ। ਜਦੋਂ ਗੁਰੂ ਦੇ ਮੰਤਰ ਦੀ ਦ੍ਰਿੜਾਉਣਾ ਅਸੀਂ ਐਨ ਹਿਰਦੇ ਦੇ ਵਿੱਚ ਵਸਾ ਕੇ ਆਪਣੇ ਮਨ ਨੂੰ ਉਦੋਂ ਰੰਗ ਦੇ ਵਿੱਚ ਰੰਗ ਲਾਂਗੇ, ਇਹ ਸ਼ਬਦ ਉਦੋਂ ਵੀ ਪ੍ਰਗਟ ਹੋਣਾ। ਤੁਸੀਂ ਉਹਦੀ ਹੱਦ ਕੋਈ ਨਹੀਂ, ਉਹਦੀ ਸੀਮਾ ਕੋਈ ਨਹੀਂ, ਉਹਦਾ ਆਰ ਤੇ ਪਾਰ ਦਾ ਵੀ ਆਪਾਂ ਨੂੰ ਗਿਆਨ ਨਹੀਂ ਲੱਗੇਗਾ। ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਬਿਨਾਸ। ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਇੱਕ ਰਸ ਸਿਫਤ ਸਲਾਹ ਕਰਨ ਦੇ ਵਿੱਚ ਆਪ ਜੀ ਨੂੰ ਜੋੜ ਦੇਣਗੇ, ਮਨ ਉੱਥੇ ਜੁੜ ਜਾਏਗਾ ਤੁਹਾਡਾ। ਉਹ ਅਨਹਦ ਸ਼ਬਦ ਜਦੋਂ ਪ੍ਰਗਟ ਹੋ ਗਿਆ ਤੁਹਾਡਾ, ਤੇ ਫਿਰ ਕੀ ਹੁੰਦਾ, ਕਹਿੰਦੇ ਉਹ ਅਨਹਦ ਸ਼ਬਦ ਸਭ ਤੋਂ ਪਹਿਲਾ ਕੰਮ ਕਰਦਾ, ਵੱਡਾ ਦੁੱਖ ਦੇਣ ਵਾਲਾ ਜਿਹੜਾ ਸਾਨੂੰ ਇਹ ਹਉਮੈ ਦਾ ਰੋਗ ਹੈ ਉਸ ਨੂੰ ਖਤਮ ਕਰ ਦਿੰਦਾ ਹੈ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੈ ਤਾਸ। ਜਿਹੜੇ ਜੀਵ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਵਿੱਚ ਆਪਣੇ ਜੀਵਨ ਦੀ ਯਾਤਰਾ ਨੂੰ ਜਿੱਤ ਲੈਂਦੇ ਨੇ, ਸੁਚੇਤ ਹੋ ਜਾਂਦੇ ਨੇ, ਇਹ ਸੰਸਾਰ ਤੇ ਮਾਣ ਪ੍ਰਾਪਤ ਕਰਦੇ ਨੇ। ਸਤਿਗੁਰ ਕਹਿੰਦੇ ਕਿ ਮੈਂ ਉਹਨਾਂ ਦੇ ਉੱਤੋਂ ਬਲਿਹਾਰੇ ਬਲਿਹਾਰੇ ਕਰਵਾਨ ਜਾਂਦਾ ਹਾਂ। ਖੜ ਦਰਗਹਿ ਪੈ ਨਾਈਐ ਮੁਖ ਹਰ ਨਾਮ ਨਿਵਾਸ। ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਹਰ ਵੇਲੇ ਵਸਿਆ ਰਹਿੰਦਾ ਹੈ, ਉਹ ਜਿਹੜਾ ਅਨਹਦ ਰੂਪੀ ਸ਼ਬਦ ਹੈ ਆਪਣੇ ਆਪ ਚੱਲੀ ਜਾ ਰਿਹਾ, ਉਹ ਸਾਨੂੰ ਇੰਨਾ ਸੁਚੇਤ ਕਰ ਦਿੰਦਾ ਕਿ ਅਸੀਂ ਰਾਹ ਤੋਂ ਇੱਕ ਕਦਮ ਵੀ ਨਹੀਂ ਵਿਖੜਦੇ। ਫਿਰ ਕੀ ਹੁੰਦਾ, ਜਦੋਂ ਜੀਵ ਇੱਥੋਂ ਜਾਂਦਾ ਨਿਰੰਕਾਰ ਦੇ ਦਰ ਦੇ ਉੱਤੇ, ਉਸ ਨੂੰ ਜਸ ਰੂਪੀ ਪਛਾਤ ਪਨਾਈ ਜਾਂਦੀ ਹੈ। ਕਹਿਣ ਦਾ ਮਤਲਬ ਕਿ ਉਸ ਨੂੰ ਉੱਥੇ ਵੀ ਉੱਚੀ ਪਦਵੀ ਹਾਸਿਲ ਹੁੰਦੀ ਹੈ, ਉੱਥੇ ਵੀ ਉਸ ਦਾ ਜਸ ਹੁੰਦਾ ਹੈ। ਜਹ ਦੇਖਾਂ ਤਹ ਰਵ ਰਹੇ ਸਿਵ ਸ਼ਕਤੀ ਕਾ ਮੇਲ। ਜਦੋਂ ਉੱਥੇ ਉਹਨਾਂ ਨੂੰ ਜਸ ਪ੍ਰਾਪਤ ਹੁੰਦਾ, ਕਾਰਨ ਇਹ ਕਿ ਉਹਨਾਂ ਦੇ ਅੰਦਰ ਨਾਮ ਦਾ ਨਿਵਾਸਾ ਹੈ। ਪਰ ਜਿਨ੍ਹਾਂ ਦੇ ਅੰਦਰ ਨਾਮ ਨਿਵਾਸ ਹੋ ਗਿਆ, ਉਹ ਕੀ ਇੱਥੇ ਸੰਸਾਰ ਦੇ ਉੱਤੇ ਰਹਿੰਦੇ ਵੀ ਹੋਏ, ਉਹ ਸ਼ਿਵ ਇੱਥੇ ਜੋ ਅਕਾਲ ਪੁਰਖ ਨੂੰ ਆਖਿਆ ਹੈ, ਉਹ ਸ਼ਿਵ ਨੂੰ ਨਹੀਂ ਜਿਹੜਾ ਸੇਵਾ ਦੇ ਉੱਤੇ ਲਾਇਆ ਹੈ। ਸ਼ਕਤੀ ਉਹਦੀ ਮਾਇਆ, ਮਾਇਆ ਦਾ ਇੱਥੇ ਆਪਾਂ ਅਰਥ ਕਰਾਂਗੇ ਕੁਦਰਤ। ਕਹਿੰਦੇ ਜਿੱਥੇ ਵੀ ਜੀਵ ਗੁਰਮੁਖ ਜਿਹਦੀ ਨਿਗਾਹ ਦੇ ਵਿੱਚ ਨਿਰੰਕਾਰ ਵਸ ਗਿਆ, ਉਹ ਵੀ ਜਿੱਥੇ ਵੀ ਜਿਹੜੀ ਵਸਤੂ ਨੂੰ ਵੀ ਦੇਖੇਗਾ, ਚਾਹੇ ਉਹ ਪੱਥਰ ਨੂੰ ਵੀ ਦੇਖੇਗਾ, ਉਹ ਇਹੀ ਕਹੇਗਾ ਇਹ ਨਿਰੰਕਾਰ ਦਾ ਤੇ ਨਿਰੰਕਾਰ ਦੀ ਮਾਇਆ ਦਾ ਮਿਲਾਪ ਹੋ ਰਿਹਾ ਹੈ। ਤ੍ਰਹਿ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ। ਕਹਿੰਦੇ ਮਨਮੁਖਾ, ਇਹ ਜਿਹੜਾ ਮਨੁੱਖ ਦਾ ਸਰੀਰ ਹੈ ਨਾ, ਮਨੁੱਖ ਦਾ ਸਰੀਰ ਜਿਹੜਾ ਹੈ ਇਹ ਤਿੰਨਾਂ ਗੁਣਾਂ ਦੇ ਵਿੱਚ ਖੇਲ ਰਿਹਾ। ਇਹ ਤਿੰਨ ਗੁਣ ਨੇ ਮਾਇਆ ਦੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹਨਾਂ ਦੇ ਵਿੱਚ ਉਹ ਇਹਨਾਂ ਤਿੰਨਾਂ ਦੇ ਮਗਰ ਲੱਗ ਕੇ ਉਹ ਆਪਣਾ ਜਿਹੜਾ ਸੰਸਾਰ ਦੇ ਉੱਤੇ ਆਇਆ ਸਮਾਂ, ਉਸ ਸਮੇਂ ਨੂੰ ਵਿਅਰਥ ਗਵਾਈ ਜਾ ਰਿਹਾ ਹੈ। ਇਹ ਸੰਸਾਰ ਦੇ ਉੱਤੇ ਆਇਆ, ਇਹਨਾਂ ਤਿੰਨਾਂ ਦੇ ਵਿੱਚ ਖੇਲਿਆ, ਖੇਲ ਕੇ ਅੰਤ ਨੂੰ ਇਥੋਂ ਹਾਰ ਕੇ ਚਲਾ ਗਿਆ। ਵੀ ਜੋਗੀ ਦੁਖ ਵਿਛੁੜੇ ਮਨ ਮੁਖ ਲਹੈ ਨ ਮੇਲ। ਕਹਿੰਦੇ ਵੀ ਉਹ ਜੀਵਾਂ ਨੂੰ ਵਿਜੋਗੀ ਕਿਹਾ ਹੈ, ਜਿਹੜੇ ਕਿ ਹਰ ਵੇਲੇ ਉਦਾਸੀ ਦੇ ਵਿੱਚ ਰਹਿੰਦੇ ਨੇ। ਉਹ ਜਿਹੜੇ ਵਿਜੋਗੀ ਤੇ ਜਿਹੜੇ ਮਨ ਦੇ ਮਗਰ ਤੁਰਨ ਵਾਲੇ ਨੇ, ਉਹ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਨਹੀਂ ਹੋਇਆ, ਨਾ ਹੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ, ਉਹ ਪਰਮਾਤਮਾ ਨੂੰ ਹਾਸਲ ਕਰਨ ਵਾਸਤੇ ਕੋਈ ਉਪਰਾਲਾ ਕਰ ਰਹੇ ਨੇ। ਉਹ ਮਨ ਦੇ ਮਗਰ ਹੀ ਜਦੋਂ ਤੁਰਦੇ ਨੇ, ਇੱਥੇ ਵੀ ਉਹ ਦੁੱਖ ਪਾਉਂਦੇ ਨੇ ਤੇ ਗਾਹਾਂ ਵੀ ਜਾ ਕੇ ਉਹਨਾਂ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਹਨ। ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ। ਵੈਰਾਗੀ ਕਹਿੰਦੇ ਨੇ ਜਿਸ ਵੇਲੇ ਅਸੀਂ ਉਦਾਸੀ ਦੇ ਵਿੱਚ ਹੁੰਨੇ ਹਾਂ,
ਔਰ ਜਦੋਂ ਕਿਸੇ ਚੀਜ਼ ਤੋਂ ਅਸੀਂ ਉਪਰਾਮ ਲੈ ਲੈਂਦੇ ਹਾਂ, ਅਸੀਂ ਉਸ ਨੂੰ ਛੱਡ ਦਿੰਦੇ ਹਾਂ। ਕਹਿੰਦੇ ਕਿ ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨੂੰ ਸੱਚ ਪਹਿਚਾਣ ਲਿਆ, ਆਪਣੇ ਜੀਵਨ ਨੂੰ ਸੱਚ ਦੇ ਵਿੱਚ ਰੰਗ ਲਿਆ, ਉਹ ਮਾਇਆ ਵੱਲੋਂ ਉਹਨਾਂ ਨੇ ਮਾਇਆ ਨੂੰ ਛੱਡ ਦਿੱਤਾ, ਮਾਇਆ ਵੱਲੋਂ ਮੁੱਖ ਮੋੜ ਲਿਆ। ਉਹ ਜਿਹੜੀ ਮਾਇਆ ਜਿਹੜੀ ਸੀ ਸਦਾ ਹੀ ਸਾਨੂੰ ਵਿਰਾਗੀ ਰੂਪ ਦੇਈ ਜਾਂਦੀ ਸੀ, ਜਿਹੜੀ ਚੀਜ਼ ਹਾਸਲ ਨਾ ਹੋਣੀ ਅਸੀਂ ਉਹਦੇ ਮਗਰ ਰੋਈ ਜਾਣਾ। ਕਹਿੰਦੇ ਵੀ ਹੁਣ ਇਹ ਜਿਹੜਾ ਮਨ ਵੈਰਾਗੀ ਬਸ ਗਲਤ ਵਸਤੂਆਂ ਦੇ ਮਗਰ ਤੁਰਿਆ ਹੋਇਆ ਸੀ, ਉਹਨਾਂ ਸਾਰਿਆਂ ਨੂੰ ਛੱਡ ਕੇ ਉਹ ਸੱਚੇ ਘਰ ਦੇ ਵਿੱਚ, ਨਿਰੰਕਾਰ ਦੇ ਘਰ ਦੇ ਵਿੱਚ ਉਹਦਾ ਵਾਸ ਹੋ ਗਿਆ, ਤੇ ਨਾਲ ਉਹ ਸੱਚੇ ਭੈ ਦੇ ਨਾਲ, ਸੱਚੇ ਪ੍ਰੇਮ ਦੇ ਨਾਲ ਆਪਣੇ ਆਪ ਨੂੰ ਉਸਨੇ ਰੰਗ ਲਿਆ। ਗਿਆਨ ਮਹਾਰਸ ਭੋਗਵੈ, ਬਹੁੜ ਭੂਖ ਨਾ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨੇ ਮਨ ਨੂੰ ਰਜਾ ਲਿਆ। ਮਨ ਜਿਹੜਾ ਸੀ ਉਹ ਤ੍ਰਿਪਤ ਹੋ ਗਿਆ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ। ਮਹਾਰਸ ਜਿਹੜਾ ਬਹੁਤ ਉੱਚਾ ਰਸ ਹੈ, ਉੱਚਾ ਤੇ ਸੁੱਚਾ ਰਸ ਹੈ, ਅੰਦਰੋਂ ਜੋ ਅੰਮ੍ਰਿਤ ਦਾ ਪ੍ਰਗਟ ਹੁੰਦਾ, ਉਹਦੇ ਵਿੱਚ ਜਿਸ ਵੇਲੇ ਉਸ ਨੂੰ ਤ੍ਰਿਪਤੀ ਮਿਲਣੀ ਸ਼ੁਰੂ ਹੋ ਗਈ, ਫਿਰ ਬਾਹਰਲੀਆਂ ਭੁੱਖਾਂ ਸਾਰੀਆਂ ਉਹਦੀਆਂ ਖਤਮ ਹੋ ਗਈਆਂ। ਨਾਨਕ ਇਹ ਮਨ ਮਾਰ ਮਿਲ, ਪੀ ਫਿਰ ਦੁੱਖ ਨਾ ਹੋਏ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੇ ਆਪਾਂ ਨੂੰ ਗਿਆਨ ਦਿੰਦੇ ਨੇ ਕਿ ਇਹ ਜੀਵ ਇਹ ਮਨ ਨੂੰ ਸ਼ਬਦ ਦੇ ਵਿੱਚ ਮਾਰ ਦੇ। ਜਦੋਂ ਤੂੰ ਸ਼ਬਦ ਦੇ ਵਿੱਚ ਮਨ ਨੂੰ ਮਾਰ ਲਿਆ, ਫਿਰ ਤੇਰੇ ਲਾਗੇ ਕੋਈ ਵੀ ਦੁੱਖ ਨਹੀਂ ਆ ਸਕਦਾ। ਸ੍ਰੀ ਰਾਗ ਮਹਿਲਾ ਪਹਿਲਾ, ਇਹ ਮਨੋ ਮੂਰਖ ਲੋਭੀਆ, ਲੋਭੇ ਲਗਾ ਲੋਭਾਨ। ਨਿਰੰਕਾਰ ਕਿਰਪਾ ਕਰਦੇ ਨੇ ਇਹ ਮਨ, ਇਸ ਮਨ ਨੂੰ ਫਿਰ ਸਮਝਾਉਂਦੇ ਨੇ। ਪਹਿਲਾਂ ਆਪਣੇ ਆਪ ਨੂੰ ਅਸੀਂ ਸਮਝਾਵਾਂਗੇ, ਫਿਰ ਦੂਸਰਿਆਂ ਨੂੰ ਗਿਆਨ ਦੇਵਾਂਗੇ। ਤਾਂ ਹੀ ਮਹਾਰਾਜ ਕਹਿੰਦੇ ਪਹਿਲੇ ਮਨ ਪ੍ਰਬੁੱਧ ਹੋ ਆਪਣਾ, ਪਾਛੇ ਅਗਰ ਜਾਵੋ। ਫਿਰ ਇੱਥੇ ਵਾਰ-ਵਾਰ ਮਨ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਚੋਟ ਦੇ ਨਾਲ ਉਹਦੀ ਲੱਗੀ ਹੋਈ ਮੈਲ ਨੂੰ ਦੂਰ ਕਰਦੇ ਨੇ। ਕਹਿੰਦੇ ਨੇ ਉਹ ਮੂਰਖ ਮਨਾ, ਤੂੰ ਲੋਭੀ ਬਣ ਕੇ ਲੋਭ ਵਾਲੀਆਂ ਚੀਜ਼ਾਂ ਜਿਹੜੀਆਂ ਤੇਰਾ ਕਿਤੇ ਸਾਥ ਵੀ ਦੇਣ ਵਾਲੀਆਂ ਨਹੀਂ, ਤੂੰ ਉਹਨਾਂ ਦੇ ਮਗਰ ਹੀ ਲੱਗਾ ਹੋਇਆ, ਉਹਨਾਂ ਦੇ ਮਗਰ ਹੀ ਭੱਜਾ ਫਿਰਦਾ ਹੈ। ਸ਼ਬਦ ਨਾ ਪੀਜੈ ਸਾਕਤਾ, ਦੁਰਮਤ ਆਵਨ ਜਾਨ। ਕਹਿੰਦੇ ਵੀ ਤੂੰ ਸ਼ਬਦ ਦੇ ਵਿੱਚ ਭਿੱਜਿਆ ਹੀ ਨਹੀਂ, ਸਾਖਤਾਂ ਵਾਲਾ ਜੀਵਨ ਇੱਥੇ ਬਤੀਤ ਕਰ ਰਿਹਾ ਹੈ। ਮਨ ਮੁੱਖਾਂ ਵਾਲਾ ਨੀਚੇ ਤੋਂ ਨੀਚ ਬਣ ਕੇ ਤੂੰ ਜੀਵਨ ਬਤੀਤ ਕਰ ਰਿਹਾ। ਇਹਦੇ ਵਿੱਚ ਹੀ ਜੇ ਤੂੰ ਇਸੇ ਤਰ੍ਹਾਂ ਖੋਟੀ ਮੱਤ ਦੇ ਨਾਲ ਹੀ ਸੰਸਾਰ ਦੇ ਉੱਤੇ ਆਪਣੇ ਸਵਾਸਾਂ ਨੂੰ ਖਤਮ ਕਰਦਾ ਗਿਆ, ਤੇ ਫਿਰ ਤੇਰਾ ਆਉਣਾ ਜਾਣਾ ਨਹੀਂ ਖਤਮ ਹੋਣਾ। ਸਾਧੂ ਸਤਿਗੁਰ ਜੇ ਮਿਲੈ, ਤਾਂ ਪਾਈਐ ਗੁਣੀ ਨਿਧਾਨ। ਮਨਾ ਜੇ ਕਿਤੇ ਉਹ ਬਖਸ਼ੇ ਮਿਲ ਜਾਣ ਤੈਨੂੰ, ਅੱਜ ਤਾਂ ਅਸੀਂ ਬਖਸ਼ਿਆਂ ਨੂੰ ਜਿਹੜੇ ਨੇ ਉਹਨਾਂ ਨੂੰ ਐਸੇ ਲਫ਼ਜ਼ਾਂ ਦੇ ਨਾਲ ਯਾਦ ਕਰਦੇ ਹਾਂ ਕਿ ਸ਼ਰਮ ਆਉਂਦੀ ਸਾਨੂੰ ਉਹ ਕਹਿੰਦਿਆਂ ਨੂੰ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਹੜੇ ਅੱਜ ਵੀ ਕਮਾਈਆਂ ਕਰਦੇ ਨੇ। ਅਸੀਂ ਉਹਨਾਂ ਦੇ ਨਾਲ ਇੰਨੀ ਈਰਖਾ ਕਰਨ ਲੱਗ ਪਏ, ਇੰਨੀ ਉਹਨਾਂ ਦੀ ਨਿੰਦਿਆ ਕਰਨ ਲੱਗ ਪਏ ਹਾਂ, ਤੇ ਜਿਹੜੇ ਸਾਡੇ ਕਿਤੇ 2-4 ਕਰਮ ਚੰਗੇ ਵੀ ਕੀਤੇ ਨੇ ਉਹ ਵੀ ਅਸੀਂ ਫੂਕੀ ਜਾ ਰਹੇ ਹਾਂ, ਫੂਕੀ। ਪਰ ਹੁਣ ਹਰ ਇੱਕ ਨੂੰ ਇੱਕੋ ਹੀ ਰੱਸੇ ਦੇ ਨਾਲ ਨਾ ਬੰਨੀ ਜਾਓ। ਹਾਂ, ਜਿਹੜੇ ਐਸੇ ਹਨ ਉਹਨਾਂ ਦਾ ਸਾਰਿਆਂ ਨੂੰ ਗਿਆਨ ਹੈ, ਤੇ ਜਿਹੜੇ ਨਾਮ ਦੇ ਨਾਲ ਜੁੜੇ ਨੇ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕੌਣ ਹੈ ਕੌਣ ਨਹੀਂ। ਪਰ ਅੱਜ ਅਸੀਂ ਉਹ ਜਿਹੜੇ ਜੁੜੇ ਹੋਏ ਨੇ ਨਿਰੰਕਾਰ ਦੇ ਨਾਲ, ਤੇ ਉਹਨਾਂ ਨੂੰ ਵੀ ਅਸੀਂ ਮਾੜਾ ਚੰਗਾ ਕਹਿ ਰਹੇ ਹਾਂ। ਤੇ ਫਿਰ ਕੀ ਹੁੰਦਾ ਹੈ? ਕਹਿੰਦੇ ਸ਼ਬਦ ਨਾ ਭੀਜੇ ਸਾਖਤਾ, ਦੁਰਮਤ ਆਵਣ ਜਾਣ, ਸਾਧੂ ਸਤਿਗੁਰ ਜੇ ਮਿਲੇ। ਕਹਿੰਦੇ ਉਹ ਨਿਰੰਕਾਰ ਵੱਲੋਂ ਵਾਹ ਹੋਇਆ ਬਖਸ਼ਿਆ ਸਾਧੂ, ਜਿਹੜਾ ਉਹਦਾ ਹੀ ਰੂਪ ਬਣ ਚੁੱਕਿਆ। ਕਹਿੰਦੇ ਜੇ ਕਿਤੇ ਉਹ ਮਿਲ ਜਾਵੇ ਨਾ, ਬਹਿ ਜਾ ਉਹਦੀ ਸੰਗਤ ਦੇ ਵਿੱਚ, ਤਾਂ ਫਿਰ ਤੂੰ ਉਹਦੇ ਕੋਲੋਂ ਨਾਮ ਦਾ ਖਜ਼ਾਨਾ, ਨਿਧਾਨ ਖਜ਼ਾਨਾ, ਤੂੰ ਨਿਰੰਕਾਰ ਦੀ ਬੰਦਗੀ ਦਾ ਖਜ਼ਾਨਾ ਉਹਦੇ ਕੋਲੋਂ ਹਾਸਲ ਕਰ ਲੈ। ਮਨ ਰੇ ਹਉਮੈ ਛੋੜ ਗੁਮਾਨ। ਉਹ ਮਨਾ ਛੱਡ ਮੇਰੀ ਤੇਰੀ ਯਾਰ, ਇਹ ਤੇਰੇ ਕਿਤੇ ਕੰਮ ਨਹੀਂ ਆਉਣੇ। ਇਹ ਜਿਹੜਾ ਹੰਗਤਾ, ਮਮਤਾ, ਹਉਮੈ, ਤ੍ਰਿਸ਼ਨਾ, ਇਹਨੂੰ ਛੱਡ ਪਰੇ, ਕਿਉਂਕਿ ਤੈਨੂੰ ਇਹ ਨਰਕਾਂ ਦੇ ਵਿੱਚ ਹੀ ਸਿਰਫ ਲੈ ਕੇ ਜਾਵੇਗੀ। ਹਰ ਗੁਰ ਸਰਵਰ ਸੇਵ ਤੂੰ, ਪਾਵੈ ਦਰਗਹਿ ਮਾਨ। ਉਹ ਮਨਾ ਨਿਰੰਕਾਰ ਦੇ ਨਾਮ ਰੂਪੀ ਅੰਮ੍ਰਿਤ ਦੇ ਵਿੱਚ ਚੁਭੀਆਂ ਲਾ, ਉਹ ਸਰੋਵਰ ਦੇ ਵਿੱਚ ਨਾ,
ਤਾਂ ਤੈਨੂੰ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਹੋ ਜਾਊਗਾ। ਰਹਾਉ RAM ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਤਨ ਜਾਨ। ਉਹ ਮਨਾ ਛੱਡ ਦੇ ਸਾਰੇ ਇਹ ਹਉਮੈ ਦੇ ਰੂਪ ਰੰਗ, ਕਹਿੰਦੇ ਦਿਨ ਰਾਤ ਉਹ ਅਕਾਲ ਪੁਰਖ ਦੀ ਬੰਦਗੀ ਕਰ। ਹੁਣ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹਰ ਵੇਲੇ ਬੈਠਿਆ ਨਹੀਂ, ਹਰ ਵੇਲੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਇਹਦਾ ਮਤਲਬ ਇਹ ਆ ਵੀ ਜਦੋਂ ਵੀ ਸੁਚੇਤ ਇਹਨੇ ਰਹਿਣਾ ਕਿ ਹਰ ਸਵਾਸ ਦੇ ਨਾਲ ਉਹਦਾ ਸ਼ੁਕਰਾਨਾ ਨਿਕਲੇ। ਤੁਸੀਂ ਕੰਮ ਤੇ ਜਾਣ ਲੱਗੇ ਹੋ, ਘਰੋਂ ਬਾਹਰ ਨਿਕਲਣ ਲੱਗੇ ਹੋ, ਇਹ ਆਮ ਆਪਣੇ ਗੁਰਮੁਖ ਪਿਆਰੇ ਕਰਦੇ ਨੇ। ਗੱਡੀ ਦੀ ਚਾਬੀ ਲਾਉਣ ਤੋਂ ਪਹਿਲਾਂ ਵੀ ਕਹਿੰਦੇ ਨੇ ਧੰਨ ਵਾਹਿਗੁਰੂ ਤੇਰੀ ਕਿਰਪਾ। ਜਦੋਂ ਕੰਮ ਤੇ ਪਹੁੰਚਦੇ ਨੇ ਧੰਨ ਵਾਹਿਗੁਰੂ ਤੇਰੀ ਕਿਰਪਾ, ਵੀ ਘੱਟੋ ਘੱਟ ਮੇਰੇ ਕੋਲ ਰੋਜੀ ਰੋਟੀ ਦਾ ਕਾਰਜ ਤਾਂ ਹੈ। ਦੁਕਾਨ ਖੋਲਦੇ ਨੇ, ਬਿਜ਼ਨਸ ਖੋਲਦੇ ਨੇ। ਪਹਿਲਾਂ ਜਾ ਕੇ ਹੁਣ ਤੁਸੀਂ ਇੰਡੀਆ ਦੇ ਵਿੱਚ ਦੇਖੋ ਜਾਂ ਕਿਤੇ ਹੋਰ ਜਗ੍ਹਾ ਦੇ ਉੱਤੇ ਦੇਖੋ, ਬਹੁਤ ਦੁਕਾਨਾਂ ਦੇ ਉੱਤੇ ਜਿਸ ਵੇਲੇ ਦੁਕਾਨਾਂ ਖੋਲਦੇ ਨੇ ਪਹਿਲਾਂ ਧੂਫ ਬੱਤੀ ਕਰਦੇ ਨੇ। ਉਹ ਧੂਫ ਬੱਤੀ ਕਰਦੇ ਭਾਵੇਂ ਥੋੜੇ ਚਿਰ ਵਾਸਤੇ, ਚਾਹੇ ਉਹ ਸੁੱਚੇ ਆ ਚਾਹੇ ਉਹ ਨਹੀਂ ਸੁੱਚੇ, ਚਾਹੇ ਉਹ ਮਨਮੁਖ ਆ ਚਾਹੇ ਗੁਰਮੁਖ, ਉਹ ਨਿਰੰਕਾਰ ਜਾਣਦਾ। ਪਰ ਉਹ ਪਹਿਲਾਂ ਕਾਰਜ ਤਾਂ ਇਹੀ ਕਰਦੇ ਨੇ ਵੀ ਜਿਹਦੇ ਨਾਲ ਉਹ ਪਰਮਾਤਮਾ ਉਹਨਾਂ ਨੂੰ ਯਾਦ ਆ ਜਾਂਦਾ। ਕਹਿੰਦੇ ਵੀ ਇਸ ਤਰ੍ਹਾਂ ਕਰ ਤੂੰ, ਉਹ ਰਾਮ ਦਾ ਨਾਮ ਜਿਹੜਾ ਹੈ ਉਸ ਅਕਾਲ ਪੁਰਖ ਦਾ ਹਰ ਵੇਲੇ ਸ਼ੁਕਰਾਨੇ ਦੇ ਵਿੱਚ ਆਪਣੇ ਆਪ ਨੂੰ ਜਨ ਬਣਾ ਦੇ। ਕਹਿੰਦੇ ਜਿਸ ਵੇਲੇ ਤੂੰ ਉਹ ਆਪਣੇ ਆਪ ਨੂੰ ਜਨ ਬਣਾ ਦੇਗਾ ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਤੈਨੂੰ ਗੁਰਮੁਖ ਦੀ ਪਦਵੀ ਦੇ ਕੇ ਸਾਰੇ ਖਜ਼ਾਨੇ ਤੇਰੇ ਝੋਲੀ ਦੇ ਵਿੱਚ ਪਾ ਦੇਣਗੇ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਜੇ ਇਹ ਤੂੰ ਸੰਸਾਰ ਤੇ ਸੁਖਾਂ ਵਾਲੇ ਸਾਰੇ ਰਸ ਤੂੰ ਲੈਣੇ ਚਾਹੁੰਦਾ ਹੈ ਤਾਂ ਫਿਰ ਕਹਿੰਦੇ ਉਹ ਬਖਸ਼ਣ ਦੀ ਸੰਗਤ ਦੇ ਵਿੱਚ ਬੈਠ ਕੇ ਤੇ ਨਿਰੰਕਾਰ ਦਾ ਗਿਆਨ ਲੈ ਲੈ। ਨਿਤ ਅਹਨਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਨਿਤ ਦਿਨ ਰਾਤ ਨਿਰੰਕਾਰ ਦੀ ਯਾਦ ਦੇ ਵਿੱਚ ਜਿਹੜਾ ਸਮਾਂ ਬਤੀਤ ਤੇਰਾ ਹੁੰਦਾ, ਉਹ ਨਿਰੰਕਾਰ ਦੇ ਲੇਖੇ ਤੇਰਾ ਲੇਖੇ ਲੱਗਦਾ ਹੈ। ਉਹ ਧਨ ਤੇਰਾ ਜਿਹੜਾ ਹੈ ਇਕੱਠਾ ਹੁੰਦਾ, ਉਹਦੇ ਰਾਹੀਂ ਤੈਨੂੰ ਇਦੋਂ ਸੰਸਾਰ ਤੇ ਅਗਾਂਹ ਜਿਹੜੀ ਹੈ ਵਡਿਆਈਆਂ ਮਿਲਣੀਆਂ। ਸੋ ਕਹਿੰਦੇ ਤੂੰ ਉਹ ਦਿਨ ਰਾਤ ਨਾਮ ਨੂੰ ਯਾਦ ਕਰ, ਦਿਨ ਰਾਤ ਸਤਿਗੁਰ ਦਾ ਸ਼ੁਕਰਾਨਾ ਕਰ। ਉਹ ਨਾਮ ਜਿਹੜਾ ਅਕਾਲ ਪੁਰਖ ਵੱਲੋਂ ਤੇਰੇ ਅੰਦਰ ਪ੍ਰਗਟ ਕੀਤਾ ਗਿਆ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਨ। ਕਹਿੰਦੇ ਕੂਕਰ ਕਹਿੰਦੇ ਨੇ ਕੁੱਤੇ ਨੂੰ। ਜਿਹੜਾ ਲੋਭੀ ਪੁਰਸ਼ ਹੁੰਦਾ ਉਹਨੂੰ ਕੁੱਤੇ ਦੇ ਰੂਪ ਦੇ ਵਿੱਚ ਵੀ ਕਹਿੰਦੇ ਆ, ਕਿਉਂ ਕੁੱਤੇ ਵਾਂਗੂ ਭੌਂਕੀ ਜਾਣ ਡਿਆ ਆ, ਜਾਂ ਕਿਉਂ ਕੁੱਤੇ ਵਾਂਗੂ ਭੱਜਿਆ ਫਿਰਦਾ, ਕਦੀ ਨਗਰ ਦੇ ਇਧਰਲੇ ਪਾਸੇ ਕਦੀ ਇੱਧਰ ਦੇ। ਕਿੰਨਾ ਅਸੀਂ ਕਿਹੜੀਆਂ ਪਦਵੀਆਂ ਦਿੰਦੇ ਇਹਨਾਂ ਮਨਮੁਖਾਂ ਨੂੰ, ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਤਾਂ ਕਹਿੰਦੇ ਵੀ ਤੂੰ ਕਿਉਂ ਲੋਭੀ ਪੁਰਸ਼ ਜਿਹੜਾ ਹੈ ਉਹ ਕੁੱਤੇ ਵਾਂਗੂ ਨੱਠਾ ਭੱਜਾ ਫਿਰਦਾ, ਉਹ ਕਮਾਈ ਕਰ ਰਿਹਾ ਜਿਹੜੀ ਕਮਾਈ ਕਿਤੇ ਵੀ ਉਹਦੇ ਸਾਥ ਨਹੀਂ ਜਾਣ ਵਾਲੀ, ਤੇ ਦੂਸਰਿਆਂ ਦੀ ਨਿੰਦਾ ਕਰ ਕਰਕੇ ਉਹਨਾਂ ਦੀਆਂ ਪੰਡਾਂ ਚੱਕ ਕੇ ਆਪਣੇ ਸਿਰ ਤੇ ਰੱਖੀ ਫਿਰਦਾ ਹੈ। ਪਰ ਮੈਂ ਬੂਲਾ ਦੁਖ ਕਣੋ, ਜਮ ਮਾਰ ਕਰੈ ਖੁਲਹਾਨ। ਜਿਹੜੇ ਭਰਮ ਦੇ ਵਿੱਚ ਦੁਚਿੱਤੀ ਦੇ ਵਿੱਚ ਭੁੱਲੇ ਹੋਏ ਨੇ, ਹੈਗਾ ਜਾਂ ਨਹੀਂ ਹੈਗਾ, ਹੋਊਗਾ ਜਾਂ ਨਹੀਂ ਹੋਊਗਾ, ਬਸ ਇਹਦੇ ਵਿੱਚ ਹੀ ਹੈ। ਉਹ ਤੁਹਾਨੂੰ ਫਿਰ ਜਨਮ ਤੇ ਮਰਨ ਦਾ ਬੜਾ ਭਾਰੀ ਦੁੱਖ ਜਿਹੜਾ ਹੈ ਉਹ ਹਾਸਲ ਕਰਦੇ ਨੇ, ਤੇ ਜਮ ਦੇ ਡੰਡੇ ਉਹਨਾਂ ਦੇ ਸਿਰ ਦੇ ਉੱਤੇ ਪੈਂਦੇ ਨੇ। ਮਨ ਮੁਖ ਸੁਖ ਨ ਪਾਈਐ, ਗੁਰਮੁਖ ਸੁਖ ਸੁਭਾਨ। ਮਨਮੁਖ ਤੂੰ ਸੰਸਾਰ ਦੇ ਵੀ ਸੁੱਖ ਨਹੀਂ ਪਾ ਸਕਦਾ, ਤੂੰ ਗਾਹਾਂ ਦਰਗਾਹ ਦੇ ਵਿੱਚ ਵੀ ਸੁੱਖ ਨਹੀਂ ਪਾ ਸਕਦਾ। ਗੁਰਮੁਖ ਇੱਥੇ ਵੀ ਮੁਖ ਉਜਲਾ ਉਹਦਾ ਹੈ ਤੇ ਦਰਗਾਹ ਦੇ ਵਿੱਚ ਵੀ ਮੁਖ ਉਜਲਾ ਹੈ। ਐਥੇ ਤੰਦ ਪਿਟਾਈਐ, ਸਭ ਲਿਖਤ ਪਰਵਾਨ। ਸੱਚ ਲਿਖਤ ਪਰਵਾਨ। ਇੱਥੇ ਤੰਦ ਪਟਾਈਏ, ਕਹਿੰਦੇ ਐਦੂ ਦੁਨੀਆ ਦੇ ਉੱਤੇ ਜੰਜਾਲਾਂ ਦੇ ਵਿੱਚ ਫਸਿਆ ਹੋਇਆ ਪਿੱਟੀ ਜਾਂਦਾ, ਰੋਈ ਜਾਂਦਾ ਹੈ। ਪਰ ਕੀ ਹੋਵੇ, ਇਹ ਕਿਉਂ ਹੋ ਰਿਹਾ? ਕਹਿੰਦੇ ਤੂੰ ਕਰਮੀ ਇਦਾਂ ਦੇ ਲਿਖਾ ਕੇ ਲਿਖਾਇਆ, ਸੱਚ ਲਿਖਤ ਪ੍ਰਵਾਨ। ਤੂੰ ਕਰਮੀ ਆਪਣੇ ਇਸ ਤਰ੍ਹਾਂ ਦੇ ਲਿਖਵਾ ਕੇ ਆਇਆ ਹੈ। ਪਰ ਜੇ ਤੈਨੂੰ ਸੋਝੀ ਆ ਜਾਵੇ ਵੀ ਉਹਨਾਂ ਕਰਮਾਂ ਨੂੰ ਫੂਕਣਾ ਕਿਸ ਤਰ੍ਹਾਂ ਹੈ, ਤਾਂ ਫਿਰ ਤੂੰ ਹੁਣ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪੈਂਦਾ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਗੁਰੂ ਹੀ ਸਾਡਾ ਸੱਚਾ ਸੱਜਣ ਹੈ। ਗੁਰੂ ਪ੍ਰਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮਿੱਤਰ ਬਣਾ ਕੇ ਉਹਦੇ ਸਿਮਰਨ ਦੇ ਵਿੱਚ ਤੇ ਉਹਦੀ ਸੇਵਾ ਦੇ ਵਿੱਚ ਜਿਹੜਾ ਸਾਡਾ ਜੀਵਨ ਬਤੀਤ ਹੋਊਗਾ,
ਉਹ ਜਿਹੜੀ ਕਰਨੀ ਸਭ ਤੋਂ ਇੱਥੇ ਉੱਚੀ ਸੁੱਚੀ ਪ੍ਰਧਾਨ, ਜੋ ਸਭ ਤੋਂ ਉੱਚੀ ਤੇ ਸੁੱਚੀ ਹੈ। ਨਾਨਕ ਨਾਮ ਨ ਵਿਸਰੈ, ਕਰਮ ਸੱਚੈ ਨਿਸ਼ਾਨ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਦੋਂ ਸੰਸਾਰ ਤੇ ਤੈਨੂੰ ਨਾਮ ਨਾ ਵਿਸਰ ਜਾਵੇ। ਆ ਜਾ ਸਤਿਗੁਰ ਦੇ ਚਰਨਾਂ ਵਿੱਚ ਡਿੱਗ ਪਾਣ ਕੇ ਨਾਮ ਲੈ ਲਾ ਉਹਦੇ ਕੋਲੋਂ। ਉਹ ਤਾਂ ਨਾਮ ਦੇ ਖਜ਼ਾਨੇ ਖੋਲ ਕੇ ਹਰ ਵੇਲੇ ਬੈਠਾ ਹੈ। ਕਹਿੰਦੇ ਕਿਤੇ ਉਹ ਨਿਰੰਕਾਰ ਦਾ ਨਾਮ ਨਾ ਵਿਸਰ ਜਾਵੇ ਤੇ ਕਰਮ ਸੱਚੇ ਨਿਸ਼ਾਨ। ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੀ ਨਿਸ਼ਾਨੀ ਜਿਹੜੀ ਹੈ, ਜਿਹੜੀਆਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਅਨਹਦ ਖੁਸ਼ੀਆਂ ਤੈਨੂੰ ਦੇ ਰਹੇ ਨੇ, ਆਨੰਦ ਦੇ ਰਹੇ ਨੇ, ਇਹ ਸਾਰੀਆਂ ਨੂੰ ਉਹਦੀਆਂ ਨਿਸ਼ਾਨੀਆਂ ਜਾਣ। ਪਰ ਇਹ ਮਿਲਣੀਆਂ ਤੈਨੂੰ ਉਹ ਨਿਰੰਕਾਰ ਦੇ ਨਾਮ ਦੇ ਨਾਲ, ਪਰ ਉਹ ਕਿਤੇ ਨਾਮ ਵਿਸਰ ਨਾ ਜਾਵੇ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ, ਰੋਗ ਵੱਡਾ ਮਨ ਮਾਹੇ। ਹੁਣ ਜਿਹੜੇ ਅਭਿਆਸੀ ਨੇ, ਜਿਹੜੇ ਨਿਰੰਕਾਰ ਦੀ ਬੰਦਗੀ ਦੇ ਵਿੱਚ ਬੈਠੇ ਨੇ, ਉਹ ਵੇ ਹੁਣ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮੂਹਰੇ ਅਰਦਾਸ ਕਰਦੇ ਨੇ ਭਈ ਮਾਲਕਾ, ਇਹ ਜਿਹੜੇ ਜਿਨ੍ਹਾਂ ਠੱਗਾਂ ਦੀ ਪਹਿਲਾਂ ਆਪਾਂ ਗੱਲ ਕੀਤੀ, ਚੋਰਾਂ ਦੀ ਗੱਲ ਪਹਿਲਾਂ ਕੀਤੀ, ਹੋਰ 4 ਨਦੀਆਂ ਜਿਹੜੀਆਂ ਨੇ, ਹੰਸੇਤ ਰੋਗ ਕੋ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ 4 ਚੂੜੀਆਂ ਦੀ ਵੀ ਗੱਲ ਕੀਤੀ, ਉਹ ਵੀ ਗਾਹਾਂ ਆਏਗੀ। ਇੰਨਾ ਕੁਝ ਸਾਡੇ ਅੰਦਰ ਬੈਠਾ ਹੈ ਜਿਹੜਾ ਕਿ ਸਾਨੂੰ ਸਤਿਗੁਰ ਤੋਂ ਨਿਰੰਕਾਰ ਤੋਂ ਤੋੜਦਾ ਹੈ, ਤੇ ਉਹ ਵੀ ਜਿਹੜੇ ਇਹਨਾਂ ਸਾਰੀਆਂ ਤੱਤਾਂ ਨੂੰ ਖਤਮ ਕਰ ਦਿੰਦੇ ਨੇ, ਆਪਣੇ ਕਾਬੂ ਕਰਕੇ ਇਹਨਾਂ ਨੂੰ ਆਪਣੇ ਗੁਲਾਮ ਬਣਾ ਲੈਂਦੇ ਨੇ। ਉਹ ਫਿਰ ਇਹ ਕਹਿੰਦੇ ਨੇ ਸਾਰੇ ਸੰਸਾਰ ਨੂੰ, ਇੱਕ ਤਿਲ ਅੱਖ ਚਮਕਣ ਜਿੰਨਾ ਸਮਾਂ ਉਹ ਨਿਰੰਕਾਰ ਜੇ ਮੇਰੇ ਕੋਲੋਂ ਵਿਸਰ ਜਾਵੇ ਤਾਂ ਮੈਨੂੰ ਇੰਨਾ ਰੋਗ ਲੱਗਦਾ, ਉਹ ਰੋਗ ਲੱਗ ਜਾਂਦਾ ਜਿਸ ਰੋਗ ਦਾ ਦਾਰੂ ਵੀ ਕੋਈ ਨਹੀਂ, ਕੋਈ ਸਭ ਤੋਂ ਵੱਡਾ ਰੋਗ ਮੈਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ। ਕਿਉਂ ਦਰ ਗੈ ਪਤ ਪਾਈਐ, ਜਾਂ ਹਰ ਨ ਵਸੈ ਮਨ ਮਾਹੇ। ਕਹਿੰਦੇ ਜੇ ਅਕਾਲ ਪੁਰਖ ਨਿਰੰਕਾਰ, ਮੈਨੂੰ ਇਹ ਚੀਜ਼ ਦਾ ਗਿਆਨ ਹੈ ਕਿ ਜੇ ਮੇਰੇ ਅੰਦਰ ਨਾਮ ਵਸਿਆ ਹੋਇਆ ਤਾਂ ਦਰਗਾਹ ਦੇ ਵਿੱਚ ਮੈਨੂੰ ਇੱਜ਼ਤ ਨਹੀਂ ਪ੍ਰਾਪਤ ਹੋਣੀ। ਗੁਰ ਮਿਲਿਐ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਗੁਰ ਮਿਲਿਐ ਸੁਖ ਪਾਈਏ। ਨਿਰੰਕਾਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਸਾਨੂੰ, ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਸਹੀ ਮਾਰਗ ਸਾਨੂੰ ਪਤਾ ਲੱਗ ਜਾਂਦਾ ਹੈ। ਉਸ ਵੇਲੇ ਵੀ ਅਸੀਂ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਹੁਕਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗ ਪੈਂਦੇ, ਭਾਣੇ ਦੇ ਵਿੱਚ ਚੱਲਣੇ, ਉਹਦੀ ਰਜ਼ਾ ਦੇ ਵਿੱਚ ਤੇ ਉਹਦੀ ਮਰਜ਼ਾਦਾ ਦੇ ਵਿੱਚ ਜਦੋਂ ਚੱਲਦੇ ਆ, ਉਦੋਂ ਸਾਨੂੰ ਸੁਖ ਪ੍ਰਾਪਤ ਹੁੰਦਾ। ਤੇ ਸਾਡੇ ਅੰਦਰ ਜਿਹੜੀ ਅੱਗ ਚੱਲ ਰਹੀ ਆਸਾ ਤ੍ਰਿਸ਼ਨਾ ਦੀ, ਹਉਮੈ ਦੀ, ਵਿਕਾਰਾਂ ਦੀ ਅੱਗ ਹੈ, ਉਹ ਨਿਰੰਕਾਰ ਦੀ ਕਿਰਪਾ ਦੇ ਨਾਲ ਸਾਰੀ ਖਤਮ ਹੋ ਜਾਂਦੀ ਹੈ। ਮਨ ਰੇ ਅਹਨਸ ਹਰ ਗੁਣ ਸਾਰ। ਇਹ ਮੇਰੇ ਮਨਾ ਦਿਨ ਰਾਤ ਉਹ ਪ੍ਰਮਾਤਮਾ ਨਿਰੰਕਾਰ ਨੂੰ ਚੇਤੇ ਰੱਖ। ਜਿਨ ਖਿਲ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਕਮਾਲ ਕਰ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਨੇ। ਕਹਿੰਦੇ ਨੇ ਜਿਨ੍ਹਾਂ ਨੂੰ ਇੱਕ ਖਿਨ, ਇੱਕ ਅੱਖ ਚਮਕਣ ਜਿੰਨਾ ਸਮਾਂ ਵੀ ਅਕਾਲ ਪੁਰਖ ਨਿਰੰਕਾਰ ਨੇ ਵਿਸਰਦਾ, ਉਹ ਇਦੂ ਸੰਸਾਰ ਦੇ ਉੱਤੇ ਵਿਰਲੇ ਨੇ। ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਅੱਗੇ ਵੀ ਕਰਦਾ ਆ, ਅੱਜ ਵੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਦਾ ਹਾਂ, ਮਤ ਜਾਣਿਓ ਕਿ ਤੁਸੀਂ ਉਹ ਨਹੀਂ ਜਿਹੜੇ ਵਿਰਲੇ ਨਹੀਂ, ਤੁਸੀਂ ਵਿਰਲਿਆਂ ਦੇ ਵਿੱਚੋਂ ਹੋ। ਤਾਂ ਹੀ ਤਾਂ ਗੁਰੂ ਨਾਨਕ ਨਿਰੰਕਾਰ ਦੇ ਘਰ ਦੇ ਵਿੱਚ ਤੁਹਾਡਾ ਜਨਮ ਹੋਇਆ, ਤਾਂ ਹੀ ਤਾਂ ਤੁਹਾਨੂੰ ਸੁਚੱਜੇ ਮਾਤਾ ਪਿਤਾ ਤੁਹਾਨੂੰ ਮਿਲੇ, ਤਾਂ ਹੀ ਤਾਂ ਤੁਹਾਨੂੰ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਨਿਰੰਕਾਰ ਦੀ ਬਾਣੀ ਦਾ ਗਿਆਨ ਲੈਣ ਦਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਤੁਸੀਂ ਵਿਰਲੇ ਹੋ, ਪਰ ਤੁਹਾਡੀ ਆਪਣੀ ਖੁਸ਼ੀ, ਹੁਣ ਤੁਸੀਂ ਆਪਣੇ ਆਪ ਨੂੰ ਵਿਰਲਾ ਬਣਾਉਣਾ ਜਾਂ ਫਿਰ ਮਨਮੁਖਾਂ ਵਾਲਾ ਜੀਵਨ ਬਤੀਤ ਕਰਕੇ ਤੂੰ ਸੰਸਾਰ ਤੋਂ ਚਲੇ ਜਾਣਾ। ਰਹਾਉ ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਆਪਣੀ ਆ ਜਿਹੜੀ ਅੰਦਰ ਆਤਮਾ ਦੀ ਜੋਤ, ਇਹਨੂੰ ਉਦੋਂ ਦੀ ਜੋਤੀ ਦੇ ਵਿੱਚ, ਉਹ ਨਿਰੰਕਾਰ ਦੀ ਜੋਤ ਦੇ ਵਿੱਚ ਮਿਲਾ ਦਿਓ। ਤਾਂ ਕਹਿੰਦੇ ਵੇ ਉਹਦੀ ਕਿਰਪਾ ਨਾਲ ਤੇਰੀ ਸੁਰਤ ਦਾ ਮਿਲਾਪ ਵੀ ਉਹਦੇ ਨਾਲ ਹੋ ਜਾਵੇਗਾ। ਹਿੰਸਾ ਹਉਮੈ ਗਤ ਗਏ, ਨਾਹੀ ਸਹਸਾ ਸੋਗ। ਹਿੰਸਾ ਕਹਿੰਦੇ ਕਠੋਰਤਾ ਨੂੰ, ਕਠੋਰ ਮਨ, ਪੱਥਰ ਵਾਲਾ ਜੇ ਕਹਿੰਦੇ ਨੇ ਨਾ ਆਪਾਂ ਵੀ ਇਹ ਤਾਂ ਬਈ ਬੰਦੇ ਦਾ ਮਨ ਜਿਹੜਾ ਨਾ, ਇਹਦਾ ਪੱਥਰ ਵਰਗਾ, ਇਹਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਕੋਈ ਮਾੜਾ ਕਹੀ ਜਾਵੇ, ਇਹਨੂੰ ਫਰਕ ਹੀ ਨਹੀਂ ਕੋਈ ਪੈਂਦਾ ਹੈਗਾ, ਇੰਨਾ ਇਹ ਕਠੋਰ ਹੈ। ਕਹਿੰਦੇ ਵੀ ਜਾਣੀ ਕਿ ਹਉਮੈ, ਜਿਹੜੀ ਕਠੋਰਤਾ ਵਾਲੀ ਹਉਮੈ ਅੰਦਰ ਤੇਰੇ ਬੈਠੀ ਆ, ਜਿਹਦੇ ਕਾਰਨ ਕਰਕੇ ਪ੍ਰਮਾਤਮਾ ਦੇ ਨਾਲ ਤੇਰਾ ਮਿਲਾਪ ਨਹੀਂ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੀਆਂ
ਦੂਰ ਹੋ ਜਾਂਦੀਆਂ ਨੇ, ਚਿੰਤਾ ਵੀ ਅੰਦਰ ਨਹੀਂ ਰਹਿੰਦੀ। ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ। ਹੁੰਦੀ ਕਿਹਨਾਂ ਦੀ? ਗੁਰਮੁਖ, ਜਿਹੜੇ ਨਿਰੰਕਾਰ ਨਾਲ ਜੁੜ ਗਏ, ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦਾ ਵਾਸਾ ਹੋ ਗਿਆ, ਤੇ ਜਿਨ੍ਹਾਂ ਦੇ ਉੱਤੇ ਨਿਰੰਕਾਰ ਨੇ ਕਿਰਪਾ ਕਰ ਦਿੱਤੀ, ਤੇ ਨਿਰੰਕਾਰ ਉਹਨਾਂ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਨੇ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ। ਜਿਸ ਤਰ੍ਹਾਂ ਮਾਰਗ ਸੱਚੇ ਪਾਤਸ਼ਾਹ, ਹੁਣ ਫਿਰ ਕਾਇਆ ਦੀ ਗੱਲ ਆ ਗਈ, ਇਸਤਰੀ ਰੂਪ ਦੇ ਵਿੱਚ ਗੱਲ ਕਹਿੰਦੇ ਜਿਹੜੀ ਇਸਤਰੀ, ਜਿਹੜੀ ਮਤ, ਜਿਹੜੀ ਬੁੱਧ ਆਪਣੇ ਪ੍ਰਮਾਤਮਾ, ਆਪਣੇ ਨਿਰੰਕਾਰ ਪਤੀ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਜਿਹੜੀ ਆਪਣੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ, ਉਸ ਨੂੰ ਨਿਰੰਕਾਰ ਆਪਣੇ ਨਾਲ ਹੀ ਮਿਲਾ ਲੈਂਦੇ ਨੇ। ਤਿਸ ਸਿਉ ਨਿਹੋ ਨ ਕੀਜਈ ਜੋ ਦਿਸੈ ਚੱਲਣ ਹਾਰ। ਕਹਿੰਦੇ ਉਹ ਭੋਲਿਆ ਮਨਾ ਕਿਉਂ ਉਹਨਾਂ ਚੀਜ਼ਾਂ ਦੇ ਨਾਲ ਦੋਸਤੀ ਪਾ ਕੇ ਬੈਠਾ, ਪ੍ਰੇਮ ਪਾ ਕੇ ਬੈਠੀਆਂ, ਜਿਨ੍ਹਾਂ ਨੇ ਤੇਰੇ ਨਾਲ ਕਦੇ ਚੱਲਣਾ ਹੀ ਨਹੀਂ, ਇਹ ਤੋਂ ਉਹਦੇ ਨਾਲ ਤੈਨੂੰ ਪ੍ਰੇਮ, ਪਿਆਰ ਜਾਂ ਉਹ ਤੇ ਮਾਣ ਕਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਤੇਰਾ ਇਹਨਾਂ ਨੇ ਕਿਤੇ ਵੀ ਸਾਥ ਨਹੀਂ ਦੇਣਾ। ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ। ਗੁਰਮੁਖ ਆਤਮਾ ਜਿਹੜੀ ਹੈ ਉਹ ਤਾਂ ਵੇ ਸਦਾ ਹੀ ਸੁਹਾਗਣੀ ਰਹਿੰਦੀ ਹੈ, ਹਰ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਉਸ ਦਾ ਹੀ ਆਨੰਦ ਮਾਣਦੀ ਤੇ ਉਸ ਦੀ ਕਿਰਪਾ ਪ੍ਰਾਪਤ ਕਰ ਲੈਂਦੀ ਹੈ। ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ। ਚਾਰੇ ਅਗਨ, ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਵੀ ਚਾਰ ਨਦੀਆਂ ਕਿਹੜੀਆਂ ਨੇ, ਚਾਰ ਅਗਨਾਂ ਕਿਹੜੀਆਂ ਨੇ? ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅਗ। ਕਹਿੰਦੇ ਇਹਨਾਂ ਚੌਰਾਂ ਨੂੰ ਮਾਰ ਦੇ। ਤੇ ਕਿਤੇ ਇੱਕ ਵਾਰੀ ਖਿਆਲ ਕਰਕੇ ਦੇਖੇ, ਜੇ ਆਪਣੇ ਅੰਦਰ ਚਾਰ ਨਦੀਆਂ ਅੱਗ ਦੀਆਂ ਚੱਲਦੀਆਂ ਨੇ, ਤੇ ਫਿਰ ਹੁਣ ਨਦੀਆਂ ਨੂੰ ਆਪਾਂ ਪਾਰ ਕਿੱਦਾਂ ਕਰਨਾ? ਜੇ ਅਸੀਂ ਇਹ ਅੱਗ ਦੇ ਉੱਤੇ ਬੇੜੀ ਪਾਵਾਂਗੇ, ਉਹ ਤਾਂ ਲੂ ਹੋ ਜਾਊਗੀ। ਜੇ ਉਹਦੇ ਉੱਤੇ ਆਪਾਂ ਲੋਹੇ ਦੀ ਕੋਈ ਚੀਜ਼ ਬਣਾ ਕੇ ਉਹ ਗਰਮ ਬਹੁਤ ਹੋ ਜਾਊਗੀ, ਉਹ ਵੀ ਸਾਨੂੰ ਕੋਈ ਸੁੱਖ ਨਹੀਂ ਦਊਗੀ। ਕਿੱਦਾਂ ਪਾਰ ਕਰਨਾ? ਇਹ ਚਾਰੇ ਨਦੀਆਂ ਜਿਹੜੀਆਂ ਨੇ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਕਿ ਜਿਸ ਵੇਲੇ ਤੁਸੀਂ ਇਹ ਚਾਰੇ ਨਦੀਆਂ ਦੀ ਤੁਹਾਨੂੰ ਪਹਿਚਾਣ ਹੋ ਗਈ ਵੀ ਇਹ ਬਹੁਤ ਮੈਨੂੰ ਤੰਗ ਕਰ ਰਹੀਆਂ, ਬੜੀਆਂ ਤਪ ਰਹੀਆਂ, ਮੈਨੂੰ ਖੁਦ ਜਾਲ ਰਹੀਆਂ, ਫਿਰ ਇੱਕ ਗਾਹ ਜਾ ਕੇ ਬਚਨ ਆਏਗਾ ਨਿਰੰਕਾਰ ਦਾ, ਉਹ ਬਚਨ ਇੱਥੇ ਵੀ ਲਾਗੂ ਸਾਡੇ ਤੇ ਹੋ ਜਾਂਦਾ। ਇਹ ਨਦੀਆਂ ਪਾਰ ਕਰਨੀਆਂ ਕਿੱਦਾਂ? ਤੇ ਮਹਾਰਾਜ ਕਹਿੰਦੇ ਖੰਭ ਵਿਕੰਦੜੇ ਜੇ ਲਾਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਾਹਾਂ ਸੱਜਣ ਟੋਲ। ਕਹਿੰਦੇ ਜਦੋਂ ਸੱਜਣ ਨੂੰ ਮਿਲਦਾ, ਤੇਰੇ ਅੰਦਰ ਚਾਹ ਪ੍ਰਗਟ ਹੋ ਗਿਆ, ਕਹਿੰਦੇ ਉੱਥੇ ਵੀ ਤੇਰੇ ਅੰਦਰ ਤਾਂ ਅਰਦਾਸ ਇਹ ਹੋਏਗੀ, ਇਹ ਨਦੀਆਂ ਤਾਂ ਕੁਝ ਵੀ ਨਹੀਂ, ਮੈਂ ਤਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਜੇ ਉਹ ਖੰਭ ਮੈਨੂੰ ਮਿਲ ਜਾਣ, ਜਿਨ੍ਹਾਂ ਨਾਲ ਮੈਂ ਖੰਭਾਂ ਨਾਲ ਇਹ ਉੜ ਕੇ ਨਦੀਆਂ ਪਾਰ ਕਰ ਜਾਵਾਂ, ਮੈਂ ਸਵਸ ਵੇਚ ਕੇ ਉਹ ਖੰਭ ਲੈ ਲਵਾਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਚਾਰੇ ਨਦੀਆਂ ਜਿਹੜੀਆਂ ਅੱਗ ਦੀਆਂ ਨੇ, ਉਹ ਮਨਮੁਖਾਂ ਨੂੰ ਤੰਗ ਕਰ ਰਹੀਆਂ ਨੇ, ਮਨਮੁਖਾਂ ਨੂੰ ਜਾਲ ਰਹੀਆਂ ਨੇ, ਮਨਮੁਖਾਂ ਨੂੰ ਉਹ ਜਾਣ ਕੇ ਸੰਸਾਰ ਦੇ ਉੱਤੇ ਆਸਾ ਤ੍ਰਿਸ਼ਨਾ ਦੇ ਵਿੱਚ ਉਹ ਮਰ ਰਹੇ ਨੇ। ਪਰ ਗੁਰਮੁਖ ਪ੍ਰਮਾਤਮਾ ਦਾ ਨਾਮ ਪਾ ਕੇ ਉਹਦੇ ਤੇ, ਤਾਂ ਹੀ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਪਰ ਵਾਹਿਗੁਰੂ ਦੇ ਜਹਾਜ਼ ਤੇ ਚੜ ਜਾਂਦੇ ਨੇ, ਤੇ ਉਹ ਐਸਾ ਜਲ ਉਹਦੇ ਉੱਤੇ ਪਾ ਦਿੰਦੇ ਨੇ, ਚਾਰੇ ਨਦੀਆਂ ਨੂੰ ਠੰਡੀਆਂ ਕਰ ਦਿੰਦੇ ਨੇ। ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਅਘਾਏ। ਇੱਥੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਹੁਣ ਕਮਲ ਦੀ ਗੱਲ ਕੀਤੀ ਹੈ। ਕਹਿੰਦੇ ਅੰਦਰ ਉਹਨਾਂ ਦਾ ਕਮਲ ਵਾਂਗੂ ਖਿੜ ਗਿਆ। ਇੱਕ ਸਰੀਰ ਦੇ ਹਿੱਸੇ ਦੇ ਵਿੱਚ ਸਾਡੇ ਇੱਕ ਕੁੰਭ ਹੈ, ਜਿਹਨੂੰ ਕਿ ਅਸੀਂ ਪੁੱਠਾ ਕਮਲ ਦਾ ਫੁੱਲ ਕਹਿੰਦੇ ਹਾਂ। ਬੰਦਗੀ ਕਰ ਕਰਕੇ ਨਿਰੰਕਾਰ ਦੀ ਕਿਰਪਾ ਦੇ ਨਾਲ ਜਦੋਂ ਵਧੀਆ ਦਾ ਆਪਾਂ ਨੂੰ ਗਿਆਨ ਹੋ ਗਿਆ, ਉਹਦੇ ਨਾਲ ਅਸੀਂ ਕਮਲ ਦੇ ਫੁੱਲ ਨੂੰ ਸਿੱਧਾ ਕਰ ਲੈਂਦੇ ਹਾਂ। ਉਹ ਕਮਲ ਦੇ ਫੁੱਲ ਦੇ ਵਿੱਚ ਫਿਰ ਹਰ ਵੇਲੇ ਅੰਮ੍ਰਿਤ ਚੁੰਦਾ ਰਹਿੰਦਾ ਹੈ, ਤੇ ਉਹਦਾ ਵੀ ਸਵਾਦ ਗੁਰਮੁਖਾਂ ਨੂੰ ਆਉਂਦਾ ਰਹਿੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਇੱਥੇ ਕਹਿੰਦੇ ਨੇ ਵੀ ਜਿਹੜਾ ਅੰਦਰ ਤੇਰਾ ਉਹ ਪੁੱਠਾ ਕਮਲ ਸੀ, ਨਿਰੰਕਾਰ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕਰ ਕਰਕੇ ਉਹ ਕਮਲ ਨੂੰ ਤੂੰ ਸਿੱਧਾ ਕਰ ਲਿਆ, ਪ੍ਰਕਾਸ਼ ਹੋ ਗਿਆ, ਨਾਭੀ ਦੇ ਥੱਲੇ ਆ ਗੁਰਮੁਖ ਪਿਆਰੇ ਉਹ ਕਮਲ। ਤਾਂ ਕਹਿੰਦੇ ਵੀ ਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਰੂਪੀ ਅੰਮ੍ਰਿਤ ਨਾਲ, ਤੇ ਜਿਹੜਾ ਅੰਮ੍ਰਿਤ ਸਾਰੇ ਵਿਕਾਰਾਂ ਨੂੰ ਠੰਡੇ ਕਰਦਾ, ਉਹਨਾਂ ਦੇ ਨਾਲ ਭਰਿਆ ਹੀ ਰਹਿੰਦਾ ਹੈ। ਤੇ ਜਿਹੜਾ ਗੁਰਮੁਖ ਉਹ ਰੱਜ ਕੇ ਅਗਾਏ, ਰੱਜ ਕੇ ਉਸ ਅੰਮ੍ਰਿਤ ਨੂੰ ਪੀ ਰਿਹਾ, ਜਿਸ ਅੰਮ੍ਰਿਤ ਦੀ ਕਦੀ ਤੋਟ ਨਹੀਂ ਆਉਂਦੀ।
ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹਿ ਜਾਏ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਕਿੰਨਾ ਗਿਆਨ ਦੇ ਕੇ ਹਟੇ ਨੇ ਆਪਾਂ ਨੂੰ। ਆਪਾਂ ਭੁੱਲ ਜਾਂਦੇ ਆ, ਕਿਸੇ ਨੇ ਸਾਨੂੰ ਮਾੜਾ ਬਚਨ ਕਿਹਾ ਹੁੰਦਾ ਸਾਨੂੰ ਚੇਤੇ ਰਹਿ ਜਾਂਦਾ, ਪਰ ਕਿਉਂ ਨਹੀਂ ਗੁਰਬਾਣੀ ਦਾ ਗਿਆਨ ਸਾਨੂੰ ਹਰ ਵੇਲੇ ਚੇਤੇ ਰਹਿੰਦਾ। ਕਦੀ ਚੋਰੀ ਕਰਦੀਆਂ, ਠੱਗੀਆਂ ਮਾਰਦੀਆਂ, ਦੁਕਾਨਾਂ ਕਿਤੇ ਨਹੀਂ ਖੁੱਲੀਆਂ ਜਾਂ ਸਕੂਲ ਨਹੀਂ ਖੁੱਲੇ ਹੋਏ, ਪਰ ਦੇਖੋ ਕਿੰਨੇ ਵਿਦਿਆਲੇ ਨੇ, ਕਿੰਨੇ ਗਿਰਚੇ ਨੇ, ਕਿੰਨੇ ਮੰਦਿਰ ਨੇ, ਕਿੰਨੇ ਗੁਰਦੁਆਰਾ ਸਾਹਿਬ ਨੇ ਜਿੱਥੇ ਗੁਰੂ ਦਾ ਗਿਆਨ ਹੁੰਦਾ। ਇਹ ਸਾਡਾ ਜਿਹੜਾ ਮਨ ਹੈ ਨਾ, ਇਹ ਵੱਡਾ ਤਕੜਾ ਬਦਮਾਸ਼ ਹੈ, ਇਹ ਇਸ ਸੱਚ ਨੂੰ ਪਕੜਨਾ ਨਹੀਂ ਚਾਹੁੰਦਾ। ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਨੂੰ ਫੇਰ ਦੁਬਾਰਾ ਕਹਿੰਦੇ ਨੇ, ਕਹਿੰਦੇ ਨਾਨਕ ਸਤਿਗੁਰ ਮੀਤ ਕਰ, ਕਹਿੰਦੇ ਓਏ ਉਹ ਅਕਾਲ ਪੁਰਖ ਜਿਹਦਾ ਮੈਂ ਤੁਹਾਨੂੰ ਇੰਨਾ ਗਿਆਨ ਦੇ ਕੇ ਆਇਆ, ਉਹਨੂੰ ਆਪਣਾ ਦੋਸਤ ਬਣਾ ਲਾ, ਉਹਨੂੰ ਦੋਸਤ ਬਣਾ ਲਾ, ਤੇ ਤੇਰੇ ਅੰਦਰ ਸੱਚ ਪ੍ਰਗਟ ਹੋ ਜਾਏ। ਤੇ ਦਰਗੇ ਸੱਚ ਦਾ ਜੀਵਨ ਇੱਥੇ ਬਤੀਤ ਕਰਕੇ, ਸੋਭਾ ਪਾ ਕੇ, ਸੱਚ ਨੂੰ ਇਕੱਠਾ ਕਰਕੇ, ਨਾਮਧਨ ਇਕੱਠਾ ਕਰਕੇ ਦਰਗਾਹ ਦੇ ਵਿੱਚ ਜਾ, ਤੇਰੀ ਸ਼ੋਭਾ ਤੈਨੂੰ ਪ੍ਰਾਪਤ ਹੋਵੇਗੀ। ਸ੍ਰੀ ਰਾਗ ਮਹਲਾ ਪਹਿਲਾ। ਹਰ ਹਰ ਜਪੋ ਪਿਆਰਿਆ, ਗੁਰਮਤਿ ਲੈ ਹਰ ਬੋਲ। ਨਿਰੰਕਾਰ ਸੱਚੇ ਪਾਤਸ਼ਾਹ ਹੁਣ ਸਾਰੇ ਸੰਸਾਰ ਨੂੰ ਇਹ ਕਹਿ ਰਹੇ ਨੇ ਵੀ ਦੇਖੋ ਕਿਸੇ ਰੂਪ ਦੇ ਵਿੱਚ ਰਹਿ ਰਹੇ ਹੋ ਤੁਸੀਂ, ਪਰ ਮੇਰੀ ਬੇਨਤੀ ਹੈ, ਨਿਰੰਕਾਰ ਕਹਿੰਦੇ ਨੇ ਕਿ ਹਰ ਹਰ ਜਪੋ ਪਿਆਰਿਆ, ਪਿਆਰੇ ਦੇ ਨਾਲ ਸਾਨੂੰ ਸੰਬੋਧਨ ਕਰਦੇ ਨੇ। ਮਾੜਾ ਅਲਫਾਜ਼ ਨਹੀਂ ਸਤਿਗੁਰੂ ਜੀ ਵਰਤਦੇ ਆਪਣੇ ਆਪਣੀ ਸੰਗਤ ਵਾਸਤੇ, ਆਪਣੀ ਕਿਰਤ ਵਾਸਤੇ, ਕਹਿੰਦੇ ਉਹਨੂੰ ਪਿਆਰਿਆ। ਤੇ ਕਹਿੰਦੇ ਗੁਰਮਤ, ਗੁਰੂ ਦੇ ਕੋਲੋਂ ਗਿਆਨ ਲੈ ਕੇ ਮਿੱਠੇ ਬੋਲਣਾ ਦਾ ਬੋਲ ਬੋਲ। ਮਨ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲ। ਇਹ ਜਿਹੜਾ ਮਨ ਹਰ ਵੇਲੇ ਭਟਕਦਾ ਫਿਰਦਾ, ਜਿਹੜੀਆਂ ਚੀਜ਼ਾਂ ਬੇਕਾਰੀ ਨੇ, ਕਹਿੰਦੇ ਇਹਨਾਂ ਨੂੰ ਸੱਚੀ ਭਗਤੀ ਦੇ ਉੱਤੇ ਲਾ ਦੇ, ਸੱਚੀ ਸੇਵਾ ਦੇ ਵਿੱਚ, ਸੱਚੀ ਟਹਿਲ ਦੇ ਵਿੱਚ ਲਾ ਦੇ, ਤਾਂ ਫਿਰ ਕੀ ਹੋਏਗਾ, ਤੇਰਾ ਦਰਗਾਹ ਦੇ ਵਿੱਚ ਪੂਰਾ ਤੋਲ, ਤੈਨੂੰ ਪੂਰਾ ਤੋਲ, ਤੂੰ ਪੂਰਾ ਬਣ ਕੇ ਇੱਥੋਂ ਜਾਏਗਾ। ਤੂੰ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਅਧੂਰਾ ਨਹੀਂ ਜਾਏਗਾ, ਇੱਥੋਂ ਤੂੰ ਸੋਭਾ ਖੱਟ ਕੇ ਜਾਏਗਾ, ਉੱਥੇ ਵੀ ਤੈਨੂੰ ਪ੍ਰਧਾਨਗੀ ਮਿਲੇਗੀ। ਕੀਮਤ ਕਿਨੇ ਨਾ ਪਾਈਐ, ਰਿਦ ਮਾਣਕ ਮੋਲ ਅਮੋਲ। ਦੁਨੀਆ ਦੇ ਉੱਤੇ ਕੋਈ ਨਹੀਂ ਜਿਹੜਾ ਕਿ ਨਾਮ ਦੀ ਕੀਮਤ ਪਾ ਸਕੇ, ਜਿਹੜਾ ਤੇਰੇ ਹਿਰਦੇ ਦੇ ਵਿੱਚ ਹੈ, ਜਿਹੜਾ ਇਸ ਦਾ ਮੁੱਲ ਕੋਈ ਨਹੀਂ ਪਾ ਸਕਦਾ। ਪਾਈ ਰੇ ਹਰ ਹੀਰਾ ਗੁਰ ਮਾਹੇ। ਇਹ ਮੇਰੇ ਪਿੱਤਰੋ, ਮੇਰੇ ਪਿਆਰਿਓ, ਸੰਸਾਰ ਦੇ ਗੁਰਮੁਖੋ, ਸੰਸਾਰ ਦੇ ਜੀਵੋ, ਮੇਰੇ ਭਾਈਓ, ਕਹਿੰਦੇ ਉਹ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਹੀਰਾ ਤੇਰੇ ਹਿਰਦੇ ਦੇ ਵਿੱਚ ਹੀ ਹੈ, ਤੇਰੇ ਹਿਰਦੇ ਦੇ ਵਿੱਚ ਹੀ ਵਸਿਆ ਹੋਇਆ ਹੈ। ਸਤ ਸੰਗਤ ਸਤਿਗੁਰ ਪਾਈਐ, ਅਹਨਸ ਸ਼ਬਦ ਸਲਾਹੇ। ਉਹ ਹੀਰੇ ਦੇ ਉੱਤੇ ਜਿਹੜੀਆਂ ਵਸਤੂਆਂ ਬੈਠੀਆਂ ਨੇ, ਉਹਨੂੰ ਉਹਦੇ ਉੱਤੇ ਪਰਦੇ ਪਾ ਕੇ ਉਹ ਉਦਣ ਦੂਰ ਹੋਣੀਆਂ ਸ਼ੁਰੂ ਹੋਣੀਆਂ ਜਿੱਦਣ ਤੂੰ ਸਤ ਸੰਗਤ ਦੇ ਵਿੱਚ ਬਹਿ ਕੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਦੇ ਨਾਲ ਜੁੜ ਗਿਆ, ਉਹਦੇ ਸ਼ਬਦ ਦੀ ਸਿਫਤ ਸਲਾਹ ਕਰਨ ਦੀ ਜਾਚ ਸਿੱਖ ਲਈ। ਰਹਾਉ ਸੱਚ ਵਖਰ ਤਨ ਰਾਸ ਲੈ, ਪਾਈਐ ਗੁਰ ਪਰਸਾ ਬਰਗਾਸ। ਸੱਚ ਵਖਰ ਧਨ ਰਾਸ ਲੈ, ਪਾਈਏ ਗੁਰ ਪ੍ਰਗਾਸ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀ ਕਿਰਪਾ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਮ ਦੇ ਚਾਨਣ ਦੇ ਨਾਲ ਅੰਦਰ ਜਦੋਂ ਪ੍ਰੇਮ ਦਾ ਚਿਰਾਗ ਚੱਲ ਜਾਂਦਾ, ਜਗ ਜਾਂਦਾ ਹੈ, ਕਹਿੰਦੇ ਉਹ ਸਦਾ ਰਹਿਣ ਵਾਲਾ ਨਿਰੰਕਾਰ ਸੱਚੇ ਪਾਤਸ਼ਾਹ ਜਿਹੜਾ ਹੈ, ਉਸ ਦਾ ਨਾਮ ਰੂਪੀ ਧਨ ਦਾ ਸਾਨੂੰ ਗਿਆਨ ਹੋ ਜਾਵੇਗਾ। ਜਿਉ ਅਗਨ ਮਰੈ ਜਲ ਪਾਈਐ, ਤਿਉ ਤ੍ਰਿਸ਼ਨਾ ਦਾਸਨ ਦਾਸ। ਉਹ ਚਾਨਣ ਜਿਹੜਾ ਸਾਨੂੰ ਫਿਰ ਵਿਕਾਰਾਂ ਤੋਂ ਬਚਾ ਕੇ ਰੱਖੇਗਾ, ਕਿਉਂਕਿ ਸਾਨੂੰ ਜਦੋਂ ਚਾਨਣ ਮਿਲ ਜਾਂਦਾ, ਹੁਣ ਹਨੇਰੇ ਦੇ ਵਿੱਚ ਅਸੀਂ ਭੁੱਲ ਸਕਦੇ ਹਾਂ ਰਸਤਾ, ਪਰ ਚਾਨਣ ਦੇ ਵਿੱਚ ਤਾਂ ਨਹੀਂ ਭੁੱਲਦੇ। ਪਰ ਚਾਨਣ ਤਾਂ ਨਿਰੰਕਾਰ ਦੀਵਾ ਮੇਰਾ ਏਕ ਨਾਮ, ਉਹ ਨਾਮ ਦਾ ਦੀਵਾ ਜਦੋਂ ਤੇਰੇ ਅੰਦਰ ਜਗ ਪਿਆ, ਫਿਰ ਕੀ ਹੁੰਦਾ, ਕਹਿੰਦੇ ਇਸ ਤਰ੍ਹਾਂ ਹੋਏਗੀ ਕਿ ਜਿੱਦਾਂ ਪਾਣੀ ਕਿਸੇ ਰੂਪ ਦੇ ਵਿੱਚ ਵੀ ਹੋਵੇ, ਚਾਹੇ ਉਹ ਗਰਮ ਹੋਵੇ ਚਾਹੇ ਉਹ ਠੰਡਾ ਹੋਵੇ, ਉਹ ਫਿਰ ਜਦੋਂ ਅੱਗ ਦੇ ਉੱਤੇ ਪੈ ਜਾਂਦਾ ਤੇ ਅੱਗ ਨੂੰ ਮਾਰ ਦਿੰਦਾ। ਇਸੇ ਤਰ੍ਹਾਂ ਇਹ ਨਾਮ ਜਿਹੜਾ ਹੈ, ਇਹ ਅੰਦਰ ਦੀਆਂ ਨਦੀਆਂ ਨੂੰ ਖਤਮ ਕਰ ਦਿੰਦਾ ਹੈ, ਤੇ ਜਿਹਦੇ ਵਿੱਚ ਆਸਾ ਤੇ ਤ੍ਰਿਸ਼ਨਾ ਦੀਆਂ ਵੀ ਜਿਹੜੀਆਂ ਸਾਡੇ ਅੰਦਰ ਨਦੀਆਂ ਚੱਲਣ ਡੀਆਂ ਨੇ, ਉਹ ਵੀ ਉਹਨਾਂ ਨੂੰ ਵੀ ਉਹ ਠੰਡੀਆਂ ਕਰ ਦਿੰਦਾ ਤੇ ਸਾਨੂੰ ਦਾਸਾਂ ਦੇ ਦਾਸ ਬਣਾ ਦਿੰਦਾ ਹੈ। ਜਮ ਜੰਦਾਰ ਨਾ ਲਗਈ,
ਇਉ ਭਉ ਜਲ ਤਰੈ ਤਰਾਸ। ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਉਹ ਨਾਮ ਪ੍ਰਗਾਸ ਹੋ ਗਿਆ, ਜਿਨ੍ਹਾਂ ਨੇ ਉਹ ਆਸਾ ਤ੍ਰਿਸ਼ਨਾ ਦੀਆਂ ਨਦੀਆਂ ਦੇ ਉੱਤੇ ਜਲ ਪਾਤਾ, ਫਿਰ ਜਿਹੜੇ ਜਮ ਨੇ ਨਾ ਉਹ ਵੇ ਉਹਦੇ ਕੋਲ ਨਹੀਂ ਆਉਂਦੇ, ਉਹਨੂੰ ਆਣ ਕੇ ਕਿਸੇ ਤਰ੍ਹਾਂ ਸਤਾ ਹੀ ਨਹੀਂ ਸਕਦੇ। ਉਹ ਤੋਂ ਉਹਦੇ ਕੋਲੋਂ ਦੂਰ ਦੂਰ ਭੱਜਣ ਲੱਗ ਪੈਂਦੇ ਜਮ। ਕਹਿੰਦੇ ਵੀ ਜਮਾਂ ਦੀ ਮਾਰ ਉਹਨੂੰ ਨਹੀਂ ਪੈਂਦੀ। ਤੇ ਇਸੇ ਤਰ੍ਹਾਂ ਇਹ ਜਿਹੜਾ ਵਿਖਰਾ ਸੰਸਾਰ ਹੈ, ਜੀਵ ਇਸ ਤੋਂ ਆਪਣਾ ਮੁਖ ਉਜਲਾ ਲੈ ਕੇ ਤਰ ਜਾਂਦਾ ਹੈ। ਗੁਰਮੁਖ ਕੂੜ ਨਾ ਪਾਵਈ, ਸੱਚ ਰਤੇ ਸੱਚ ਪਾਏ। ਜਿਹੜੇ ਨਿਰੰਕਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਜਿਹੜਾ ਬਾਕੀ ਦੀਆਂ ਕੂੜ ਦੀਆਂ ਗੱਲਾਂ ਨੇ, ਵਿਕਾਰੀ ਬਾਤਾਂ ਨੇ, ਉਹ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਨੂੰ। ਉਹਨਾਂ ਨੂੰ ਤਾਂ ਪ੍ਰੀਤਮ ਸੱਚੇ ਪਾਤਸ਼ਾਹ ਦੇ, ਸੱਚੇ ਅਕਾਲ ਪੁਰਖ ਦੇ ਰੰਗ ਦੇ ਵਿੱਚ ਰੱਤੇ ਹੋਏ ਜਿਹੜੇ ਨੇ, ਉਹਨਾਂ ਦੇ ਨਾਲ ਬੈਠ ਕੇ ਉਹਦੀ ਸਿਫਤ ਸਲਾਹ ਹੀ ਚੰਗੀ ਲੱਗਦੀ ਹੈ। ਸਾਖਤ ਸੱਚ ਨਾ ਪਾਵਈ, ਕੂੜਾ ਕੂੜੀ ਪਾਏ। ਪਰ ਮਹਾਰਾਜ ਕਹਿੰਦੇ ਜਿਹੜੇ ਉਹਨੂੰ ਉਹ ਤੋਂ ਭੁੱਲ ਚੁੱਕੇ ਨੇ, ਜਿਹੜੇ ਉਹ ਤੋਂ ਟੁੱਟ ਚੁੱਕੇ ਨੇ, ਜਿਨ੍ਹਾਂ ਨੇ ਉਹਦਾ ਅੰਚਲ ਛੱਡ ਦਿੱਤਾ, ਮਨ ਦੇ ਮਗਰ ਤੁਰੇ ਫਿਰਦੇ ਨੇ, ਸਾਖਤ ਜਿਹੜੇ ਜਿਨ੍ਹਾਂ ਨੂੰ ਮਹਾਰਾਜ ਨੇ ਧਰਤੀ ਤੇ ਭਾਰ ਵੀ ਆਖਿਆ, ਕਹਿੰਦੇ ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ, ਕਿਉਂਕਿ ਉਹ ਕੂੜ ਦੀਆਂ ਗੱਲਾਂ ਕਰਦੇ ਨੇ, ਕੂੜ ਖਾਣ ਦੇ ਆਦੀ ਬਣ ਚੁੱਕੇ ਨੇ। ਉਹਨਾਂ ਨੂੰ ਸੱਚ ਕਿੱਦਾਂ ਚੰਗਾ ਲੱਗ ਜੂ। ਹੁਣ ਕਈ ਵਾਰ ਤੁਸੀਂ ਇਹ ਵੀ ਦੇਖਿਆ ਹੀ ਆ ਵੀ ਜਦੋਂ ਗੁਰਦੁਆਰੇ ਆਪਾਂ ਜਾਂਦੇ ਹਾਂ, ਉੱਥੇ ਐਸੇ ਵੀ ਜੀਵ ਮਿਲਦੇ ਨੇ, ਉਹ ਦੂਸਰਿਆਂ ਦੇ ਉੱਤੇ ਨੁਕਸੇ ਕੱਢੀ ਜਾਣਗੇ, ਨੁਕਸੇ ਕੱਢੀ ਜਾਣਗੇ। ਆਪਣੇ ਨੁਕਸੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਜੇ ਨਮਸਕਾਰ ਕਰਨ ਦਾ ਵੀ ਸਾਨੂੰ ਗਿਆਨ ਨਹੀਂ ਆਇਆ। ਕਹਿੰਦੇ ਨਾ ਇੱਕ ਵਾਰ ਕੀ ਹੋਇਆ, ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਬੰਦੇ ਨੂੰ ਸੱਦ ਲਿਆ, ਆ ਕਹਿੰਦੇ ਮੇਰੇ ਦਰ ਦੇ ਉੱਤੇ ਤੇਰੇ ਨਾਲ ਕੋ ਗੱਲਾਂ ਕਰਨੀਆਂ ਨੇ। ਤੇ ਜਿਸ ਵੇਲੇ ਇਹ ਬੰਦਾ ਗਿਆ ਨਾ ਉੱਥੇ, ਇਨਸਾਨ ਰੂਪੀ ਜਾਂ ਜਾਮਾ ਜਿਹੜਾ ਆਪਾਂ ਧਾਰਨ ਕੀਤਾ, ਇਹਦੇ ਵਿੱਚ ਕੋਈ ਵੀ ਹੋ ਸਕਦਾ, ਜਦੋਂ ਉੱਥੇ ਗਿਆ ਤੇ ਨਿਰੰਕਾਰ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਮੈਂ ਤੈਨੂੰ ਇੱਕ ਗਿਆਨ ਦੇਣਾ ਚਾਹੁੰਦਾ, ਉਹ ਗਿਆਨ ਦਾ ਧਾਰਨੀ ਹੋ ਜੀ। ਹੱਥ ਜੋੜ ਕੇ ਖੜ ਗਿਆ, ਮੈਂ ਕਹਿੰਦਾ ਮਹਾਰਾਜ ਜੋ ਕਹੋਗੇ ਸੋ ਹੀ ਕਰਾਂਗੇ। ਕਹਿੰਦੇ ਆਹ ਲੈ 2 ਕੁੱਜੀਆਂ, ਅੱਗੇ ਵੀ ਤੁਸੀਂ ਗੱਲ ਸੁਣੀ ਇਹ ਜ਼ਰੂਰ, ਆਹ ਲੈ 2 ਕੁੱਜੀਆਂ। ਇੱਕ ਕੁੱਜੀ ਆ ਜਿਹੜੀ ਆ, ਜਿਹਦੇ ਉੱਤੇ ਇੱਕ ਨਿਸ਼ਾਨੀ ਲੱਗੀ ਹੋਈ ਆ ਚਿੱਟੇ ਰੰਗ ਦੀ, ਇਹ ਕੁੱਜੀ ਸਦਾ ਅੱਗੇ ਰੱਖੀ। ਤੇ ਜਿਹੜੀ ਕੁੱਜੀ ਦੇ ਉੱਤੇ ਨਿਸ਼ਾਨੀ ਨਹੀਂ ਰੱਖੀ ਲੱਗੀ, ਇਹ ਕੁੱਜੀ ਨੂੰ ਪਿੱਛੇ ਰੱਖੀ ਆਪਣੇ। ਇਹ ਕੁੱਜੀ ਨੂੰ ਹਰ ਵੇਲੇ ਦੇਖਦਾ ਨਹੀਂ। ਕਹਿੰਦਾ ਜੀ 7 ਵਜੇ ਪਰ ਕਿਰਪਾ ਕਰਕੇ ਮੈਨੂੰ ਗਿਆਨ ਵੀ ਦੱਸ ਦਿਓ, ਇਹਨਾਂ ਦਾ ਗਿਆਨ ਵੀ ਦੇ ਦਿਓ, ਕੁੱਜੀਆਂ ਦੇ ਵਿੱਚ ਹੈ ਕੀ। ਤੇ ਨਿਰੰਕਾਰ ਕਹਿੰਦੇ ਜਿਹੜੀ ਮੋਹਲੀ ਕੁੱਜੀ ਇਹਦੇ ਵਿੱਚ ਤੇਰੇ ਔਗਣ ਨੇ, ਤੇ ਜਿਹੜੀ ਪਿਛਲੀ ਕੁੱਜੀ ਆ ਇਹਦੇ ਵਿੱਚ ਤੇਰੇ ਗੁਆਂਢੀਆਂ ਦੇ ਔਗਣ ਨੇ, ਦੂਸਰਿਆਂ ਦੇ ਔਗਣ ਨੇ ਇਹਦੇ ਵਿੱਚ। ਇਸ ਕਰਕੇ ਆਪਣੇ ਔਗਣਾਂ ਨੂੰ ਯਾਦ ਕਰੀ। ਤੇ ਕਹਿੰਦਾ ਠੀਕ ਆ ਮਹਾਰਾਜ ਜੀ। ਐਡਾ ਸ਼ੈਤਾਨ ਦੀ ਟੂਟੀ ਨਿਕਲਿਆ, ਮਹਾਰਾਜ ਦੇ ਕੋਲੋਂ ਬਾਹਰ ਨਿਕਲਿਆ, ਕੁੱਜੀਆਂ ਘੁਮਾਤੀਆਂ। ਹੁਣ ਅਸੀਂ ਸਿਰਫ ਦੂਸਰਿਆਂ ਨੂੰ ਹੀ, ਦੂਸਰਿਆਂ ਦੀ ਨਿੰਦਾ ਕਰਦੇ ਹਾਂ। ਦੂਸਰੇ ਜਿਹੜੇ ਨੇ ਉਹਨਾਂ ਦੇ ਸਾਨੂੰ ਖੋਟ ਟੋਲਣ ਦੀ ਅਸੀਂ ਕੋਸ਼ਿਸ਼ ਕਰਦੇ, ਆਪਣੀ ਸਾਨੂੰ ਭੁੱਲ ਗਈ। ਤੇ ਮਹਾਰਾਜ ਕਹਿੰਦੇ ਵੀ ਇਹਨਾਂ ਉਹ ਐਸੇ ਜੀਵ ਨੇ ਜਿਹੜੇ ਕਿ ਸਾਖਤ ਹੈ, ਜਿਨ੍ਹਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸੱਚ ਰਤੇ ਗੁਰ ਮੇਲੀਐ, ਸੱਚੇ ਸੱਚ ਸਮਾਏ। ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੱਚ ਦੇ ਨਾਲ ਮਿਲਿਆ ਜਾ ਸਕਦਾ, ਤੇ ਸੱਚੇ ਦੇ ਵਿੱਚ ਹੀ ਸਮਾ ਸਕਦੇ ਹਾਂ, ਅਭੇਦ ਹੋ ਸਕਦੇ ਹਾਂ। ਮਨ ਮਹਿ ਮਾਣਕ ਲਾਲ ਨਾਮ, ਰਤਨ ਪਦਾਰਥ ਹੀਰ। ਇਦੋਂ ਮਨ ਦੇ ਵਿੱਚ ਇਹ ਇੱਥੇ ਹੀ ਨਿਰੰਕਾਰ ਦੀ ਕਿਰਪਾ ਦੇ ਨਾਲ ਉਹ ਨਾਮ ਜਿਹੜਾ ਅਣਮੁੱਲਾ ਰਤਨ ਹੈ, ਉਹ ਹੀਰਾ ਵਰਗਾ ਜਿਹੜਾ ਸਾਫ ਸੁਥਰਾ ਹੈ, ਉਹ ਇਹ ਨਿਰੰਕਾਰ ਦਾ ਨਾਮ ਅੰਦਰ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਅੰਦਰੋਂ ਹੀ ਪ੍ਰਗਟ ਹੋਣਾ ਹੈ। ਸੱਚ ਵਖਰ ਤਨ ਨਾਮ ਹੈ, ਕਟ ਕਟ ਗਹਿਰ ਗੰਭੀਰ। ਉਹ ਹਰ ਸਰੀਰ ਦੇ ਵਿੱਚ ਮੌਜੂਦ ਹੈ, ਹਰ ਸਰੀਰ ਦੇ ਵਿੱਚ। ਪਰ ਸਾਨੂੰ ਕਸ਼ਿਸ਼ ਕਰਨੀ ਪੈਣੀ, ਮਿਹਨਤ ਕਰਨੀ ਪੈਣੀ, ਕਮਾਈ ਕਰਨੀ ਪੈਣੀ ਉਸ ਨੂੰ ਪ੍ਰਾਪਤ ਕਰਨ ਲਈ। ਸਮੁੰਦਰ ਦੇ ਵਿੱਚ ਹੀਰੇ ਨੇ, ਸਮੁੰਦਰ ਦੇ ਵਿੱਚ ਲਾਲ ਵੀ ਨੇ, ਸਮੁੰਦਰ ਦੇ ਵਿੱਚ ਹੋਰ ਵੀ ਉਹ ਕੀਮਤ ਚੀਜ਼ਾਂ, ਲਾਲ ਚੀਜ਼ਾਂ ਨੇ ਜਿਨ੍ਹਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਪਰ ਕੋਈ ਹਰ ਕੋਈ ਜਾ ਕੇ ਕੀਮਤ ਉਹ ਡੂੰਘੇ ਸਮੁੰਦਰ ਵਿੱਚੋਂ ਕੱਢ ਕੇ ਲਿਆ, ਉਹਦਾ ਚੁੱਭੇ ਮਾਰ ਸਕਦਾ? ਨਹੀਂ ਮਾਰ ਸਕਦਾ। ਪਰ ਜਿਹਨੂੰ ਸਮੁੰਦਰ ਦੇ ਵਿੱਚ ਚੋਭਾ ਲਾਉਣ ਦੀ, ਜਿਹਨੂੰ ਅਸੀਂ ਚੋਭਦਾ ਰੱਖਦੇ ਹਾਂ, ਜਿਹਨੂੰ ਇਹ ਗਿਆਨ ਆ ਗਿਆ ਕਿ ਮੈਨੂੰ ਪਤਾ ਕਿ ਮੈਂ 2 ਮਿੰਟ ਵਾਸਤੇ 4 ਮਿੰਟ ਵਾਸਤੇ ਸਾਹ ਰੋਕ ਕੇ ਜਾ ਸਕਦਾ, ਉਹ ਵੀ ਉਹਨੂੰ ਪਾ ਸਕਦਾ। ਤੇ ਮਹਾਰਾਜ ਵੀ ਇਹੀ ਕਹਿੰਦੇ ਨੇ, ਕਹਿੰਦੇ ਹਰ ਸਰੀਰ ਦੇ ਅੰਦਰ ਉਹ ਨਾਮ ਵੱਡਮੁੱਲਾ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ,
ਉਹ ਉਹਦੇ ਅੰਦਰ ਹੈ, ਪਰ ਜਿੰਨਾ ਚਿਕਰ ਤੈਨੂੰ ਜੁਗਤੀ ਨਾ ਆਈ ਤੈਨੂੰ ਉਹ ਨਾਮ ਪ੍ਰਾਪਤ ਨਹੀਂ ਹੋ ਸਕਦਾ। ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ। ਹੁਣ ਜੁਗਤੀ ਕੀ ਆ? ਜੁਗਤੀ ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ, ਜਨ ਬਣਨਾ, ਆਪਣੇ ਆਪ ਨੂੰ ਸ਼ਬਦ ਦੇ ਵਿੱਚ ਮਾਰ ਦੇਣਾ, ਆਪਣੇ ਆਪ ਨੂੰ ਸਮਝਣਾ ਹੀ ਕੱਖ ਨਾ। ਕਹਿੰਦੇ ਇਹ ਜੁਗਤੀਆਂ ਨੇ। ਇਹ ਜੁਗਤੀ ਲੈ ਕੇ ਤੂੰ ਕਿਤੇ ਇਹ ਨਾ, ਕਈ ਵਾਰ ਕੀ ਹੁੰਦਾ ਆ, ਕਿਤੇ ਆਪਾਂ ਬਾਬਾ ਫਰੀਦ ਜੀ ਦੀ ਜਦੋਂ ਸਾਖੀ ਸਾਂਝੀ ਕਰਾਂਗੇ, 40 ਸਾਲ ਬਾਅਦ ਬਾਬਾ ਫਰੀਦ ਜੀ ਨੂੰ ਉਹ ਅੱਲਾਹ ਤਾਲਾ ਦੇ ਖੁਦਾ ਦੇ ਦਰਸ਼ਨ ਹੋਏ ਸਨ। 40 ਸਾਲ ਬਾਅਦ, ਕਈ ਵਾਰ ਇੰਨਾ ਸਮਾਂ ਲੱਗ ਜਾਂਦਾ, ਦੇਖਣਾ ਪੈਂਦਾ, ਪਰ ਉਹਨਾਂ ਨੇ ਹਟ ਨਹੀਂ ਛੱਡਿਆ, ਉਹਨਾਂ ਨੇ ਬੰਦਗੀ ਨਹੀਂ ਛੱਡੀ। ਭਾਵੇਂ ਉਹਨਾਂ ਨੇ ਸਰੀਰ ਨੂੰ ਵੀ ਸਕਾ ਦਿੱਤਾ, ਪਰ ਉਹ ਆਸ ਨਹੀਂ ਛੱਡੀ। ਇਹ ਦੋ ਨੈਣਾ ਮਤ ਛੋ ਫਿਰ ਦੇਖਣ ਕੀ ਆਸ ਤੱਕ ਪਹੁੰਚ ਗਏ। ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰਮੁਖ ਵਾਲਾ ਜੀਵਨ ਪ੍ਰਾਪਤ ਹੋ ਗਿਆ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਨੇ ਦਇਆ ਕਰ ਦਿੱਤੀ, ਉਹ ਹੀਰਾ ਉਹਨਾਂ ਦੇ ਅੰਦਰੋਂ ਹੀ ਪ੍ਰਗਟ ਹੋ ਗਿਆ। ਸ੍ਰੀ ਰਾਗ ਮਹਲਾ ਪਹਿਲਾ। ਪਰਮੇ ਪਾਹੇ ਨ ਵਿਜਵੈ ਜੇ ਭਵੈ ਦਿਸੰਤਰ ਦੇਸ। ਜਿੰਨਾ ਮਰਜੀ ਕਹਿੰਦੇ ਤੂੰ ਭਰਮਤ ਕਰ ਲਾ ਕਾਨਾਂ ਦੇ ਉੱਤੇ, ਤੀਰਥਾਂ ਦੇ ਉੱਤੇ, ਪਰ ਜੇ ਤੇਰੇ ਅੰਦਰੋਂ ਉਹ ਹਉਮੈ ਤੇ ਆਸਾ ਤ੍ਰਿਸ਼ਨਾ ਨਹੀਂ ਖਤਮ ਹੋਈ, ਉਹਦੀ ਆਗੇ ਨਹੀਂ ਬੁਝੀ, ਤੇ ਭਾਵੇਂ ਜਿੰਨਾ ਮਰਜੀ ਦੇਸ਼ ਦੇ ਸੰਤਰ ਵੀ ਤੁਰ ਫਿਰ ਕੇ ਦੇਖ ਲਾ। ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ। ਜੇ ਤੇਰੇ ਅੰਦਰੋਂ ਵਿਕਾਰਾਂ ਦੀ ਆਗੇ ਨਹੀਂ ਬੁਝੀ ਤਾਂ ਤੇਰਾ ਸੰਸਾਰ ਦੇ ਉੱਤੇ ਆਇਆ ਤੇ ਤੇਰਾ ਇੱਥੇ ਜਿਹੜਾ ਜੀਵਨ ਤੂੰ ਬਤੀਤ ਕਰ ਰਿਹਾ ਇਹ ਤ੍ਰਿਗ ਹੈ, ਤੇਰਾ ਰੂਪ ਵੀ ਤ੍ਰਿਗ ਹੈ। ਤ੍ਰਿਗ ਕਹਿੰਦੇ ਨੇ ਵੇ ਅਰਥ, ਜਿਹੜਾ ਕਿਸੇ ਕੰਮ ਨਹੀਂ ਆਉਣ ਵਾਲਾ। ਹੋਰ ਕਿਤੇ ਭਗਤ ਨ ਹੋਵਈ ਬਿਨ ਸਤਿਗੁਰ ਕੇ ਉਪਦੇਸ। ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਹੰਗਤਾ ਮੰਗਤਾ ਨੂੰ ਅੰਦਰ ਮਮਤਾ ਨੂੰ ਅੰਦਰ ਰੱਖ ਕੇ ਚਲੇ ਜਾ, ਜਿੰਨੀ ਮਰਜੀ ਆਸਾ ਤ੍ਰਿਸ਼ਨਾ ਰੱਖ ਕੇ ਤੀਰਥਾਂ ਤੇ ਜਾ ਕੇ ਨਹਾਈ ਜਾ, ਕਹਿੰਦੇ ਨਹੀਂ ਪੂਰੀਆਂ ਹੋਣੀਆਂ। ਪਰ ਪੂਰੀ ਕਦੋਂ ਹੋਣੀ ਆ? ਜੇ ਇਸ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਦਾ ਉਪਦੇਸ਼ ਧਾਰਨ ਕਰ ਲਿਆ ਔਰ ਉਪਦੇਸ਼ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਮਨ ਰੇ ਗੁਰਮੁਖ ਅਗਨ ਨਿਵਾਰ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁਖਾ, ਇਹ ਮਨ ਨੂੰ ਸਮਝਾਉਂਦੇ ਨੇ। ਉਹ ਗੁਰਮੁਖ ਜਿਹੜੇ ਬਣਦੇ ਨੇ ਉਹੀ ਇਹਨਾਂ ਅਗਨਾਂ ਦੇ ਉੱਤੇ ਕੋਲੋਂ ਬਚ ਜਾਂਦੇ ਨੇ, ਉਹੀ ਅਗਨਾਂ ਨੂੰ ਬੁਝਾ ਦਿੰਦੇ ਨੇ। ਗੁਰ ਕਾ ਕਹਿਆ ਮਨ ਵਸੈ ਹਉਮੈ ਤ੍ਰਿਸ਼ਨਾ ਮਾਰ। ਗੁਰੂ ਦਾ ਕਿਹਾ ਹਿਰਦੇ ਦੇ ਵਿੱਚ ਵਸ ਜਾਂਦਾ, ਗੁਰੂ ਦੇ ਦਾ ਗਿਆਨ ਵਸ ਜਾਂਦਾ, ਗੁਰੂ ਦੀ ਰਜ਼ਾ ਅੰਦਰ ਵਸ ਜਾਂਦੀ, ਗੁਰੂ ਦਾ ਹੁਕਮ, ਗੁਰੂ ਦੀ ਜਿਹੜੀ ਦੱਸੀ ਹੋਈ ਮਰਜ਼ਾਦਾ ਅੰਦਰ ਵਸ ਜਾਂਦੀ ਆ। ਬਸ ਫਿਰ ਉੱਥੇ ਭਰਮ ਖਤਮ ਹੋ ਜਾਂਦੇ ਨੇ ਤੇ ਤ੍ਰਿਸ਼ਨਾ ਜਿਹੜੀ ਤੇ ਹਉਮੈ ਦੀ ਵੱਡੀ ਅੱਗ ਹੈ, ਇਹ ਨਿਰੰਕਾਰ ਦੇ ਨਾਮ ਦੇ ਨਾਲ, ਕਿਰਪਾ ਹੋਣ ਦੇ ਨਾਲ ਉਹ ਮਰ ਜਾਂਦੀ ਹੈ। ਰਹਾਉ ਮਨ ਮਾਣਕ ਨਿਰਮੋਲ ਹੈ RAM ਨਾਮ ਪਤ ਪਾਏ। ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਇਹ ਮਨ ਨੂੰ, ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਇਹ ਮਨ ਨੂੰ ਬੰਦਾ ਇੰਨਾ ਸੁਚੇਤ ਕਰ ਸਕਦਾ ਕਿ ਉਹ ਨਿਰੰਕਾਰ ਦੇ, ਉਹ ਪਰਮਾਤਮਾ ਦੇ ਨਾਮ ਨੂੰ ਹਾਸਲ ਕਰ ਲੈਂਦਾ ਤੇ ਔਰ ਸੰਸਾਰ ਦੇ ਉੱਤੇ ਇੱਜ਼ਤ ਪਾ ਕੇ ਜਾਂਦਾ ਹੈ। ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ। ਜਦੋਂ ਸੱਚਿਆਂ ਦੀ ਸੰਗਤ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਬੈਠ ਕੇ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ, ਤੇ ਜਦੋਂ ਪ੍ਰਾਪਤ ਹੋ ਜਾਂਦਾ ਫਿਰ ਜੀਵਨ ਗੁਰਮੁਖਾਂ ਵਾਲਾ ਬਣ ਗਿਆ ਤੇ ਉਹ ਹਰ ਵੇਲੇ ਹਰ ਲਿਵ ਲਾਏ, ਹਰ ਵੇਲੇ ਨਿਰੰਕਾਰ ਦੇ ਨਾਲ ਆਪਣਾ ਧਿਆਨ ਜੋੜ ਕੇ ਬੈਠੇ ਹੁੰਦੇ ਹਨ। ਆਪ ਗਿਆ ਸੁਖ ਪਾਇਆ ਮਿਲ ਸਲਲੇ ਸਲਲ ਸਮਾਏ। ਕਹਿੰਦੇ ਆਪ ਗਿਆ ਸੁਖ ਪਾਇਆ, ਜਦੋਂ ਆਪਣੇ ਆਪ ਨੂੰ ਖਤਮ ਕਰ ਦਿੱਤਾ, ਮੈਂ ਮੇਰੀ ਖਤਮ ਕਰ ਦਿੱਤੀ, ਜਦੋਂ ਮੈਂ ਤੋਂ ਜਾ ਕੇ ਤੂੰ ਹੋ ਗਿਆ, ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਜਦ ਆਪਾ ਪਰ ਕਾ ਮਿਟ ਗਿਆ, ਜਦ ਦੇਖਾਂ ਤਤ ਤੂੰ ਵਾਲੀ ਜੇ ਤੋਂ ਤੇਰੀ ਅਵਸਥਾ ਬਣ ਗਈ, ਉਸ ਵੇਲੇ ਤੈਨੂੰ ਸੁਖ ਪ੍ਰਾਪਤ ਹੋ ਜਾਏਗਾ। ਤੇ ਜਦੋਂ ਤੈਨੂੰ ਸੁਖ ਮਿਲ ਗਿਆ ਤੇ ਮਿਲ ਸਲਲੇ ਸਲਲ ਸਮਾਏ, ਜਿੱਦਾਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਫਿਰ ਤੂੰ ਉਹ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਵੇਂਗਾ। ਜਿਨੇ ਹਰ ਹਰ ਨਾਮ ਨ ਚੇਤਿਓ ਸੋ ਔਗਣ ਆਵੇ ਜਾਏ। ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਨਾਮ ਤੋਂ ਟੁੱਟ ਚੁੱਕੇ ਨੇ, ਜਿਹੜੇ ਨਾਮ ਦੀ ਆਰਾਧਨਾ ਨਹੀਂ ਕਰਦੇ, ਉਹ ਤਾਂ ਭਾਈ ਔਗਣਾਂ ਦੇ ਭਰੇ ਇੱਥੇ ਗੁਣਹੀਨ ਖਾਲੀ ਰਹਿੰਦੇ ਨੇ ਤੇ ਖਾਲੀ ਹੋ ਕੇ ਇਹ ਤੋਂ ਜਾਂਦੇ ਨੇ।
ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਭੋਜਲ ਪਚੈ ਪਚਾਏ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਨਹੀਂ ਕੀਤੀ ਸੰਸਾਰ ਦੇ ਉੱਤੇ ਆ ਕੇ, ਉਹ ਰੋਜ਼ ਖੁਆਰ ਹੁੰਦੇ ਨੇ ਤੇ ਖੁਆਰ ਹੁੰਦੇ ਹੁੰਦੇ ਹੀ ਇੱਥੋਂ ਚਲੇ ਜਾਂਦੇ ਨੇ। ਇਹ ਮਾਣਕ ਜਿਉ ਨਿਰਮੋਲ ਹੈ ਇਉ ਕੌਡੀ ਬਦਲੈ ਜਾਏ। ਜਿਹੜਾ ਇਹ ਸਵਾਸਾਂ ਦੀ ਪੂੰਜੀ ਹੈ, ਜਿਹੜਾ ਜੀਵਨ ਸਾਡਾ ਹੈ, ਜਿਹੜਾ ਹੀਰੇ ਮੋਤੀਆਂ ਵੀ ਇਹਦੀ ਕੀਮਤ ਨਹੀਂ ਪਾ ਸਕਦੇ, ਇਹ ਬਿਨ ਮੁੱਲਾ ਜਿਹੜਾ ਹੀਰਾ ਹੈ, ਕਹਿੰਦੇ ਕੋਡੀਆਂ ਦੇ ਭਾਅ ਗਵਾ ਕੇ ਇੱਥੋਂ ਚਲੇ ਜਾਂਦੇ ਨੇ। ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਉਹ ਇਦੂ ਸੰਸਾਰ ਦੇ ਉੱਤੇ ਸਿਆਣੇ ਪੁਰਖ ਮੰਨੇ ਜਾਂਦੇ ਨੇ, ਜਿਨ੍ਹਾਂ ਨੂੰ ਨਿਰੰਕਾਰ ਦੇ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ। ਗੁਰ ਮਿਲ ਭੋਜਲ ਲੰਗੀਐ ਦਰਗਹਿ ਪਤ ਪਰਵਾਨ। ਨਿਰੰਕਾਰ ਦੀ ਕਿਰਪਾ ਦੇ ਨਾਲ ਇਹ ਭਵ ਸਾਗਰ ਨੂੰ ਉਹ ਪਾਰ ਕਰ ਜਾਂਦੇ ਨੇ। ਨਿਰੰਕਾਰ ਦੀ ਕਿਰਪਾ ਦੇ ਨਾਲ ਦੁੱਖ ਨੂੰ ਸੁੱਖ ਦੇ ਵਿੱਚ ਤਬਦੀਲ ਕਰਨਾ ਸਿੱਖ ਲੈਂਦੇ ਨੇ। ਤਾਂ ਫੇਰ ਕਹਿੰਦੇ ਜਦੋਂ ਇਹ ਭੋਜਲ ਨੂੰ ਪਾਰ ਕਰਕੇ ਜਾਂਦੇ ਨੇ ਉਹਦੀ ਦਰਗਾਹ ਦੇ ਵਿੱਚ, ਉੱਥੇ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ ਹੈ। ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਉਦੋਂ ਦਰਗਾਹ ਦੇ ਵਿੱਚ ਵੀ ਜਦੋਂ ਮੁਖ ਉਜਲੇ ਹੁੰਦੇ ਨੇ, ਉੱਥੇ ਵੀ ਉਹਨਾਂ ਨੂੰ ਆਦਰ ਮਾਣ ਪ੍ਰਾਪਤ ਹੁੰਦਾ। ਤੇ ਫਿਰ ਕੀ ਹੁੰਦਾ, ਉਹਨਾਂ ਦੀ ਜਿਹੜੀ ਸਿਮਰਨ ਦੀ ਨਿਸ਼ਾਨੀ ਆ, ਉਹ ਜਿਹੜਾ ਸਿਮਰਨ ਦਾ ਨਿਸ਼ਾਨ ਆਪਣੇ ਮੱਥੇ ਤੇ ਲਾ ਕੇ ਆਤਮਾ ਦੇ ਉੱਤੇ ਲਾ ਕੇ ਜਾਂਦੇ ਨੇ, ਉੱਥੋਂ ਸੰਸਾਰ ਦੇ ਉੱਥੇ ਉਹ ਅਕਾਲ ਪੁਰਖ ਦੇ ਜਿਹੜੇ ਦੂਤ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ ਆਇਆ। ਫਿਰ ਉਹਨਾਂ ਦੇ ਉੱਥੇ ਮੁਖ ਉਜਲੇ ਹੁੰਦੇ ਨੇ। ਉਹਨਾਂ ਨੂੰ ਫਿਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਉੱਥੇ ਮਾਣ ਸਤਿਕਾਰ ਦਿੰਦੇ ਨੇ। ਮਾਣ ਸਤਿਕਾਰ ਕਿੱਦਾਂ ਦਾ ਦਿੰਦੇ ਨੇ? ਜਨਮ ਤੇ ਮਰਨ ਦਾ ਵੱਡਾ ਦੁੱਖ ਖਤਮ ਕਰ ਦਿੰਦੇ ਨੇ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਬਾਣੀ ਪੜ੍ਹਦਿਆਂ ਤੋਂ, ਬਾਣੀ ਦੇ ਅਰਥ ਕਰਦਿਆਂ ਤੋਂ ਏਕ ਨਹੀਂ ਅਨੇਕ ਹੀ ਭੁੱਲਾਂ ਹੋ ਗਈਆਂ ਨੇ। ਅਣਜਾਣ ਸਮਝ ਕੇ ਮਾਫ ਕਰ ਦੇਣਾ, ਇਹ ਭਾਵਨਾ ਹੈ। ਭਾਵਨਾ ਦੇ ਨਾਲ ਆਪ ਜੀ ਦੀ ਸੇਵਾ ਕਰਦੇ ਸਾਡੀ ਭਾਵਨਾ ਨੂੰ ਨਿਰੰਕਾਰ ਜ਼ਰੂਰ ਮੈਨੂੰ ਪਤਾ ਵੀ ਚਾਰ ਚੰਨ ਲਾਏਗਾ। ਆਓ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਫਿਰ ਜਿਸ ਵੇਲੇ ਨਿਰੰਕਾਰ ਦਾ ਹੁਕਮ ਹੋਇਆ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।